हाँ जी बेटा नैक्सट ਜਿਹੜਾ ਹੈਗਾ ਤੁਹਾਡੇ ਕੋਲ ਆਪਾਂ ਲਾਸਟ ਜਿੱਥੇ ਤੱਕ ਕੀਤੇ ਸੀਗੇ 10th ਨੁਮੈਰੀਕਲ ਹੋਇਆ ਸੀਗਾ ਲਾਸਟ ठीक है 11th numerical इंपॉर्टेंट है 12th भी इंपॉर्टेंट है दोनों ध्यान ना करियो 11th numerical जो ने की किया वा पूरी स्टेटमेंट तो शुरू कर रहे हैं उन्होंने कहा जी फ्रॉम ए पॉइंट ऑन ए ग्राउंड एट ए डिस्टेंस ऑफ 15 मीटर फ्रॉम फुट ऑफ ए वर्टिकल वॉल कल ਇਹਦੇ ਨਾਲ ਦਾ क्वेश्चन ਕੀਤਾ ਸੀ ਇਹ ਥੋੜਾ ਜਿਹਾ ਤੋਂ ਡਿਫਰੈਂਟ ਆ ਉਹਦੀ ਸਟੇਟਮੈਂਟ 'ਚ ਫਰਕ ਸਮਝਿਓ ਉਹਨੇ ਕਿਹਾ ਜੀ फ्रॉम ए पॉइंट ऑन द ग्राउंड एट ए डिस्टेंस 15 meter from the foot of a vertical wall. A ball is thrown at an angle 45 degree of which just clear the top of the wall and afterward strike the ground at a distance 5 meter on the other side. ਇੱਥੇ ਫਰਕ ਆ ਕੱਲ ਵਾਲੇ ਕੁਐਸਚਨ ਨਾਲ ਉਹ ਚੋਂ ਨੇ ਕਿਹਾ ਸੀ ਕਿ ਵੀ ਤੁਹਾਡੇ ਕੋਲ ਐਸਾ ਇੱਕ ਵਿੰਡੋ ਹੈਗੀ ਆ ਠੀਕ ਹੈ ਜਿਹੜਾ ਕੁਐਸਚਨ ਨੰਬਰ ਸੀਗਾ 9th कहना जी एक विंडो एक बिल्डिंग तो या एक विंडो तो परसन जिहड़ा वा 78.4 मीटर दूर खड़ा सी उथों उन्हें एक बॉल जिहड़ी आ ठीक है जिहड़ा वो थ्रो कीती जिहड़ी एक विंडो च एंटर कीती ते उत्थे ओ एंट्रेंस पॉइंट जिहड़ा वा वो मैक्सिमम हाइट दा पॉइंट आपां लिता सी बेटा क्या इन्नी गल याद हो जो दसदा पिया ओए आवाज आ रही मेरी बेटे आवाज आ रही है नन्हे आवाज आ रही बेटा मेरी तो आवाज आ रही है मेरी यस सर यस सर विच बंद हुई सी आवाज यस सर हाँ जी सर यस सर आपकी स्क्रीन फ्रीज हो गई थी चलो हुन ठीक है यस सर ओके ਆਪਾਂ ਇੱਕ ਇਹਦੇ ਨਾਲ ਦਾ ਉੱਤੇ 9th ਨੂਮੈਰੀਕਲ ਕੀਤਾ ਸੀਗਾ ਠੀਕ ਹੈ ਉਹਦੇ ਨਾਲ ਰਿਜ਼ੈਂਬਲ ਕਰਦਾ ਪਰ ਥੋੜਾ ਡਿਫਰੈਂਸ ਹੈਗਾ ਵਾ ਇਹ ਚੋਂ ਨੇ ਤੁਹਾਨੂੰ ਇਹ ਕਿਹਾ ਵਾ ਕਿ ਵੀ ਜਿਹੜਾ ਐਸਾ ਚ ਪੁਆਇੰਟ ਆ ਗਰਾਊਂਡ ਦੇ ਉੱਤੇ ਉਹ ਵਾਲ ਤੋਂ ਹਨਾ 15 ਮੀਟਰ ਡਿਸਟੈਂਸ ਤੇ ਆ ਤੇ ਉਹਦੇ ਅਕੋਰਡਿੰਗਲੀ ਉਹਨੇ ਕੁਐਸਚਨ 'ਚ ਇਹ ਕਿਹਾ ਕਿ ਜਿਹੜੀ ਬਾਲ ਥਰੋ ਕਰਦੇ ਹੋ ਉਹ ਉਸ ਕਹਿੰਦਾ ਜੀ ਦੀਵਾਰ ਨੂੰ ਕ੍ਰਾਸ ਕਰਕੇ ਦੂਜੇ ਪਾਸੇ 5 ਮੀਟਰ ਦੂਰ ਜਾ ਕੇ ਡਿੱਗਦੀ ਆ इनमल जे ਆਪਾਂ ਇਹਨੂੰ ਫਿਗਰ ਵਿੱਚ ਲੈ ਕੇ ਚੱਲੀਏ ਇਸ ਨੂਮੈਰੀਕਲ ਨੂੰ ਤੇ ਉਹਨੇ ਆਪਣੇ ਕੁਐਸਚਨ ਚ ਆ ਕਿਹਾ ਵਾ ਕਿ ਵੀ ਜਿਹੜੀ ਬਾਲ ਆ ਇੱਥੋਂ ਜੇ ਮੈਂ ਪ੍ਰੋਜੈਕਟ ਕੀਤੀ ਤੇ ਇੱਥੇ ਕਿਤੇ ਮੇਰੇ ਕੋਲ ਜਿਹੜੀ ਉਹ ਐਸ ਸੱਚ ਕਹਿੰਦਾ ਜੀ ਜਿਹੜੀ ਬਾਲ ਹੈਗੀ ਆ ਠੀਕ ਹੈ ਤੇ ਬਾਲ ਇੱਥੋਂ ਪ੍ਰੋਜੈਕਟ ਜਦੋਂ ਕਰਾਂਗਾ ਹੁਣ ਇਹ ਪੁਆਇੰਟ ਜਿੱਥੇ ਮੇਰੇ ਕੋਲ ਇਹ ਬਾਲ ਆਈ ਆ ਇਹ ਐਸ ਸੱਚ ਸਿਮੈਟ੍ਰਿਕਲੀ ਸੈਂਟਰ ਚ ਨਹੀਂ ਹੈਗਾ ਪੁਆਇੰਟ ठीक है ਉਹਨੇ ਕਿਹਾ ਇਸ ਸਾਈਡ ਤੇ ਇਹਦਾ ਡਿਸਟੈਂਸ ਜਿਹੜਾ 15 ਮੀਟਰ ਆ ਤੇ ਦੂਜੇ ਪਾਸੇ 5 ਮੀਟਰ ਇਹਦਾ ਮਤਲਬ ਜੇ ਇਹਨੂੰ ਮੈਂ ਫਿਗਰ ਨੂੰ ਇਦਾਂ ਬਣਾ ਲਾ ਜਦੋਂ ਬਾਲ ਨੇ ਐਂਗੂਲਰ ਪ੍ਰੋਜੈਕਸ਼ਨ ਤੇ ਇੱਥੇ ਪਹੁੰਚਣਾ ਵਾ ਇਤੋਂ ਤੁਸੀਂ ਇਹਨੂੰ ਯੂ ਸਪੀਡ ਨਾਲ ਪ੍ਰੋਜੈਕਟ ਕੀਤਾ ਜਿਹੜਾ 9th ਨੂਮੈਰੀਕਲ ਸੀਗਾ ਉਹਦੇ ਵਿੱਚ ਐਸ ਸੱਚ ਆ ਪੁਆਇੰਟ ਸਿਮੈਟ੍ਰਿਕਲੀ ਸੈਂਟਰ 'ਚ ਦਿੱਤਾ ਹੋਇਆ ਸੀਗਾ ਠੀਕ ਹੈ ਹੁਣ ਉਹਨੇ ਕੁਐਸਚਨ 'ਚ ਕਿਹਾ ਕਿ ਵੀ ਜਿੱਥੇ ਬਾਲ ਆਈ ਹੈ ਨਾ ਜਿੱਥੇ ਬਾਲ ਆਈ ਆ ਉਤੋਂ ਇਧਰ ਡਿਸਟੈਂਸ 5 ਮੀਟਰ ਆ ਤੇ ਇੱਥੋਂ ਇਧਰਲੇ ਪਾਸੇ ਦਾ ਡਿਸਟੈਂਸ ਜਿਹੜਾ 15 ਮੀਟਰ ਆ ਕਿਆ ਇੰਨੀ ਗੱਲ ਸਮਝ ਲੱਗਦੀ ਵੀ यस सर ਠੀਕ ਆ ਹੁਣ ਉਹਨੇ ਕੁਐਸਚਨ 'ਚ ਆਪਣੇ ਕਿਹਾ ਕੀ ਆ 11th ਨੂਮੈਰੀਕਲ 'ਚ ਸੀਗਾ 15 ਮੀਟਰ ਫਰਮ ਦਾ ਫੁੱਟ ਆਫ ਦਾ ਬਾਲ ਮਾਈਕ ਆਫ ਕਰ ਲਾ ਯਾਰ ਜਗਨੂਰ चलो और दूसरे एंड ਦੇ ਉੱਤੇ ਜਿਹੜਾ ਡਿਸਟੈਂਸ ਦਿੱਤਾ ਉਹਨੇ ਬਾਲ ਜਿੱਤੇ ਡਿੱਗਦੀ ਜਾ ਕੇ ਕਹਿੰਦਾ ਜੀ ਉਹ ਤੁਹਾਡੇ ਕੋਲ 5 ਮੀਟਰ ਆ ਠੀਕ ਹੈ ਹੁਣ ਉਹਨੇ ਆਪਣੇ ਨੂਮੈਰੀਕਲ 'ਚ ਕਿਹਾ ਕਹਿੰਦਾ ਜੀ ਕੈਲਕੂਲੇਟ ਕੀ ਕਰੋ ਤੁਸੀਂ ਫਾਈਂਡ ਦਾ ਹਾਈਟ ਆਫ ਦਾ ਵਾਲ ਦੀ ਹਾਈਟ ਕੱਢਣੀ ਹੈ ਬੇਟਾ ਹੁਣ ਪੁੱਤ ਆਪਣੇ ਕੋਲ ਕੁਐਸਚਨ 'ਚ ਜੇ ਇਹਦੀ ਇਸ ਸਟੇਟਮੈਂਟ ਦੇ ਅਕੋਰਡਿੰਗਲੀ ਚੱਲੀਏ ਆਪਣੇ ਕੋਲ ਕਿਹੜਾ ਵੇਰੀਏਬਲ ਹੈਗਾ रेंज और एंगल एंगल गिवन है एंगल अपने को 45 आ गया हुन एदी हेल्प नाल तुसी आ वॉल दी हाइट कढनी है हुन एक चीज दिमाग च आवे मैक्सिमम हाइट दा केस ता बनिया नहीं ठीक है ना क्योंकि मैक्सिमम हाइट हुंदा फिर ए पॉइंट सिमेट्रिकली सेंटर च होना चाहिदा सी ठीक है एज सच एदा मतलब सिंपल तुसी h हाइट कढनी है ए h मैक्सिमम नहीं अपना बनिया ठीक है जी एदी वैल्यू कैलकुलेट करनी है पर y एक्सिस ते ए डिस्टेंस कितना होएगा
ਜਿਹੜੇ ਜਿਹੜੇ ਵੇਰੀਏਬਲ ਆਪਣੇ ਕੋਲ ਕੁਐਸਚਨ 'ਚ ਬਣਦੇ ਉਹ ਦੋ ਬਣ ਗਏ। ਇੱਕ ਥੀਟਾ ਆ ਗਿਆ ਆਪਣੇ ਕੋਲ 45 ਡਿਗਰੀ ਤੇ ਦੂਜਾ ਰੇਂਜ ਆ ਗਈ 20 ਮੀਟਰ। ਤੇ ਜੇ ਐਂਗਲ 45 ਹੋਵੇ ਤੇ ਕੁਝ ਹੋਰ ਦਿਮਾਗ 'ਚ ਆਂਦੀ ਗੱਲ? Yes, sir. Maximum range. Sir, maximum distance traveled range. ਮੈਕਸਿਮਮ ਹੌਰੀਜ਼ੌਂਟਲ ਰੇਂਜ। ਇਹਦਾ ਮਤਲਬ ਆਪਾਂ ਥੀਟਾ ਤੇ ਰੇਂਜ ਦੀ ਹੈਲਪ ਨਾਲ ਜੇ ਇਹ ਤੋਂ ਪਹਿਲਾਂ ਕੋਈ ਵੇਰੀਏਬਲ ਕੱਢਣਾ ਹੋਵੇ ਤੇ r max ਦਾ ਫਾਰਮੂਲਾ ਲੱਗ ਜੂ। ਕੀ ਸੀਗਾ ਫਾਰਮੂਲਾ ਮੈਕਸਿਮਮ ਰੇਂਜ ਦਾ? u square by g u square by g। ਤੇ ਇਤੋਂ ਕੁੱਤ ਬਣਾ ਲਓ ਤੇ ਫਿਰ ਆਪਣੇ ਕੋਲ u square ਦੀ ਵੈਲਿਊ ਆ ਗਈ r max g। r ਆਪਣੇ ਕੋਲ 20 ਹੋ ਗਿਆ, g ਆਪਾਂ 10 ਲੈ ਲੈਨੇ ਰਾਉਂਡ ਆਫ ਕਰਕੇ ਲਿਖਣ ਵਾਸਤੇ। ਸੋ u square ਆਪਣੇ ਕੋਲ 200 ਆ ਗਿਆ ਜੀ। ਇਹ ਤੋਂ u ਨਿਕਲ ਆਇਆ ਆਪਣਾ। Therefore ਆਪਣੇ ਕੋਲ u ਦੀ ਵੈਲਿਊ ਅੰਡਰ ਰੂਟ ਆਫ 200 ਮੀਟਰ ਪਰ ਸੈਕਿੰਡ ਆ ਗਈ। ਆ ਇੱਕ ਵੇਰੀਏਬਲ ਆਪਣੇ ਕੋਲ ਇਥੋਂ ਬਣ ਗਿਆ ਨਾ। ਹੁਣ ਕੈਲਕੂਲੇਟ ਆਪਾਂ ਆ ਹਾਈਡ ਕਰਨੀ ਹੈ ਬੇਟਾ। ਇਹਨੂੰ ਕਿਹੜੇ ਰਿਲੇਸ਼ਨ ਨਾਲ ਯੂਜ਼ ਕਰਾਂ? ਕੀ ਰਿਲੇਸ਼ਨ ਯੂਜ਼ ਕਰਾਂ ਕਿ ਵੀ ਸਾਈਡ ਤੋਂ ਕੈਲਕੂਲੇਟ ਕਰ ਪਾਵਾਂ? ਕੋਈ ਹੋਵੇ ਦਿਮਾਗ 'ਚ ਕਿ ਵੀ h ਕਿੱਦਾਂ ਕੱਢਣਾ ਆਪਾਂ? No, sir. ਬੋਲੋ ਕੋਈ ਹੈ ਨਾ ਕਿਸੇ ਦੇ ਦਿਮਾਗ 'ਚ ਆਂਦੀ ਹੋਵੇ ਕੋਈ ਇਦਾਂ ਦਾ ਰਿਲੇਸ਼ਨ ਜਿਹੜਾ ਆਪਾਂ सर रूट की वैल्यू √2 नहीं आनी? हाँ सॉरी सर वो मैंने रूट का साइन देखा नहीं। ਚਲੋ ਕੋਈ ਨਹੀਂ। ਆ ਦੇਖੋ ਹੁਣ ਇਹਨੂੰ ਆਪਾਂ ਐਸਐਚ ਇਸ h ਨੂੰ ਕੱਢਣਾ ਵਾ। ਆਪਾਂ ਆ h ਕੱਢਣਾ। ਕਿਹੜਾ ਪੁੱਤ ਆਪਣੇ ਕੋਲ ਇਦਾਂ ਦਾ ਰਿਲੇਸ਼ਨ ਹੋ ਸਕਦਾ ਜਿਹੜਾ ਆਪਾਂ ਯੂਜ਼ ਕਰੀਏ ਤੇ h ਆ ਜਾਵੇ? ਬਾਡੀ ਕਿਹੜੇ ਪਾਥ ਤੇ ਗਈ ਆ? Projectile. Sir, angular projection. ਐਂਗੂਲਰ ਪ੍ਰੋਜੈਕਸ਼ਨ 'ਚ ਪੈਰਾਬੋਲਿਕ ਪਾਥ ਬਣਿਆ। Yes, sir. Yes, ਤੇ sir. ਜਿੰਨੇ ਕ ਆਪਾਂ ਰਿਲੇਸ਼ਨ ਕੀਤੇ ਪੈਰਾਬੋਲਿਕ ਪਾਥ ਦੇ ਹਨਾ ਉਹਨਾਂ 'ਚ ਸੋਚੋ ਤੇ ਕੋਈ ਰਿਲੇਸ਼ਨ ਕਿ ਵੀ ਜਿਹੜਾ ਇੱਥੇ ਯੂਜ਼ ਹੋ ਸਕੇ। सर नेचर ऑफ पाथ वाला हो सकता है। ਵੈਰੀ ਗੁੱਡ, ਬਿਲਕੁਲ ਠੀਕ ਹੈ। ਕਿਉਂਕਿ ਪੁੱਤ ਇੱਕ h ਮੈਕਸਿਮਮ ਦਾ ਫਾਰਮੂਲਾ ਸੀ। h ਮੈਕਸਿਮਮ ਸੈਂਟਰ 'ਚ ਲੱਗਣਾ ਸੀ, ਇੱਥੇ ਲੱਗਣਾ ਨਹੀਂ ਸੀ। ਤੇ ਦੂਜੇ ਪਾਸੇ ਆਪਣੇ ਕੋਲ ਜਿਹੜੇ 4-5 ਆਪਾਂ ਰਿਲੇਸ਼ਨ ਕੀਤੇ ਆ ਉਹ 'ਚ ਇੱਕ ਆਪਾਂ ਰਿਲੇਸ਼ਨ ਕੀਤਾ ਨੇਚਰ ਆਫ ਪਾਥ ਦੀ ਜਿਹੜੀ ਇਕੁਏਸ਼ਨ ਆਈ ਸੀ। ਕਿਆ ਇਕੁਏਸ਼ਨ ਯਾਦ ਆ ਕਿਸੇ ਨੂੰ? ਬੋਲੂਗਾ ਕੋਈ ਹੈ ਨਾ? y = X tan theta minus gx square divided by 2u square cos square theta. ਵੈਰੀ ਗੁੱਡ, ਬਿਲਕੁਲ ਠੀਕ ਹੈ ਬੇਟਾ। ਆਪਣੇ ਕੋਲ ਰਿਲੇਸ਼ਨ ਸੀਗਾ we know that y = x tan theta minus gx square over 2u square cos square theta। ਠੀਕ ਆ। ਜੇ ਮੈਕਸਿਮਮ ਹਾਈਟ ਦਾ ਫਾਰਮੂਲਾ ਨਹੀਂ ਬਣਦਾ ਪਿਆ ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਾਂ y ਕੱਢਣਾ ਹੋਵੇ। ਠੀਕ ਹੈ, ਜਿਹੜੀ ਡਿਸਪਲੇਸਮੈਂਟ ਕੱਢਣੀ ਉਹ y ਐਕਸਿਸ ਤੇ ਆਪਾਂ ਗਿਣਦੇ ਪਏ। ਇਹ ਮਤਲਬ ਆ y ਦੀ ਵੈਲਿਊ ਯਾਨੀ ਆਪਾਂ h ਫਾਈਂਡ ਆਊਟ ਕਰਨਾ। ਇਹਦੇ ਲਈ x ਕਿੰਨਾ ਹੋਏਗਾ ਮੇਰਾ? सर 15 sir ਬਿਲਕੁਲ। ਯਾਨੀ ਜੇ ਆ ਪੁਆਇੰਟ ਦੀ ਗੱਲ ਕਰਾਂ ਇਹ ਪੁਆਇੰਟ ਜਿਹੜਾ x ਐਕਸਿਸ ਦੇ ਅਕੋਰਡਿੰਗਲੀ 15 ਮੀਟਰ ਤੇ ਆ ਤੇ y ਐਕਸਿਸ ਦੇ ਅਕੋਰਡਿੰਗਲੀ h ਮੀਟਰ ਤੇ ਆ। ਇਹਦਾ ਮਤਲਬ ਹੋ ਗਿਆ h ਤੁਸੀਂ ਲੱਭਣਾ। ਠੀਕ ਹੈ, x ਦੀ ਵੈਲਿਊ 15 ਹੋ ਗਈ, ਥੀਟਾ ਸਾਡਾ 45 ਗਿਵਨ ਆ, ਮਾਈਨਸ g ਦੀ ਵੈਲਿਊ 10 ਪਤਾ, x ਦੀ ਵੈਲਿਊ 15 ਪਤਾ। ਠੀਕ ਹੈ ਜੀ, ਓਵਰ 2 ਇਨਟੂ u ਸਕੁਅਰ ਦੀ ਵੈਲਿਊ ਸਿੱਧੀ ਸਿੱਧੀ 200 ਹੀ ਭਰ ਲਓ ਇਨਟੂ 200 ਇਨਟੂ cos 45 ਯਾਨੀ cos 45 1/2 ਦਾ 1/√2 ਦਾ ਸਕੁਅਰ ਉਹ 1/2 ਆ। ਹੁਣ ਜੇ ਪੂਰੀ ਇਕੁਏਸ਼ਨ ਸੋਲਵ ਕਰ ਲਈਏ ਤੇ h ਨਿਕਲ ਆਏਗਾ ਬੇਟਾ। Yes, sir. yes sir yes sir क्लियर है 11th न्यूमेरिकल? Yes, sir. yes sir चलो नेक्स्ट 12th न्यूमेरिकल दी स्टेटमेंट करना शुरू। हाँ जी yes sir sir चलो 12th न्यूमेरिकल चोने क्या a body is projected with velocity of 40 meter per second. After 2 seconds it crosses a vertical pole of a height 20.4 meter. ठीक है, find the angle of projection and horizontal range. ਉਹਨੇ ਕਿਹਾ ਬੁੱਤ ਕਿ ਵੀ ਇੱਕ ਬਾਲ ਨੂੰ ਤੁਸੀਂ 40 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਪ੍ਰੋਜੈਕਟ ਕੀਤਾ ਵਾ। ਯਾਨੀ ਇਹ ਬਾਲ ਦੀ ਕੀ ਆ ਗਈ? initial u ਆ ਗਿਆ, ਇਨੀਸ਼ੀਅਲ ਵੈਲੋਸਿਟੀ ਆ ਗਈ। 2 ਸੈਕਿੰਡ ਬਾਅਦ ਉਹਨੇ ਕਿਸੇ ਇੱਕ ਪੋਲ ਨੂੰ ਜਿਹੜਾ ਉਹਦੇ ਰਸਤੇ 'ਚ ਆਇਆ ਉਹਨੇ ਕੋਈ ਪੋਲ ਕ੍ਰਾਸ ਕੀਤਾ। ਸੇਮ ਆਹੀ ਫਿਗਰ ਸੋਚ ਲਓ। ਠੀਕ ਆ,
ਉਹਨੇ ਕਿਤੇ ਨਹੀਂ ਕੁਐਸਚਨ ਚ ਕਿਹਾ ਕਿ ਵੀ ਉਹ ਪੋਲ ਜਿਹੜਾ ਮੈਕਸਿਮਮ ਹਾਈਟ ਦਾ ਪੁਆਇੰਟ ਆ, ਉਹਨੇ ਕਿਹਾ ਜੀ 2 ਸੈਕਿੰਡ ਬਾਅਦ ਆਪਣੇ ਪਾਥ ਤੇ ਜਾਂਦੇ ਹੋਏ ਹਨਾ 2 ਸੈਕਿੰਡ ਜਦੋਂ ਹੋਏ ਤੇ ਇੱਕ ਰਸਤੇ 'ਚ ਪੋਲ ਜਿਹੜਾ ਸੀਗਾ ਉਹ ਉਹਨੇ ਕ੍ਰਾਸ ਕੀਤਾ ਵਾ ਤੇ ਪੋਲ ਦੀ ਹਾਈਟ ਤੁਹਾਡੇ ਕੋਲ 20.4 ਮੀਟਰ ਆ। ਯਾਨੀ ਜੇ ਆਪਾਂ ਇਸੇ ਫਿਗਰ ਨੂੰ ਇਦਾਂ ਸੋਚ ਲੈਂਦੇ ਕਿ ਜਦੋਂ ਬਾਲ ਮੇਰੀ ਇਸ ਪਾਥ ਤੇ ਗਈ, ਠੀਕ ਹੈ, ਜਦੋਂ ਬਾਲ ਇਸ ਪਾਥ ਤੇ ਗਈ, ਮੰਨ ਲਓ ਇੱਥੇ ਕਰਕੇ ਕਹਿ ਦਿਓ, ਅੱਗੇ ਕਰਕੇ ਕਹਿ ਦਿਓ, ਪਰ ਕੁਐਸਚਨ 'ਚ ਉਹਨੇ ਕਿਤੇ ਵੀ ਇਹਨੂੰ ਐਸ ਸੱਚ ਸਿਮੈਟ੍ਰਿਕ ਪੁਆਇੰਟ ਹਾਈਟ ਮੈਕਸਿਮਮ ਦਾ ਨਹੀਂ ਕਿਹਾ, ਠੀਕ ਆ। ਹੁਣ ਇੱਥੋਂ ਜਿਹੜਾ ਵਾ ਤੁਹਾਡੇ ਕੋਲ ਯੂ ਤੁਸੀਂ ਫਾਈਂਡ ਆਊਟ ਕਰਨਾ, ਬਾਲ ਕਿੰਨੇ ਐਂਗਲ ਤੇ ਪ੍ਰੋਜੈਕਟ ਕੀਤੀ ਨਹੀਂ ਪਤਾ, ਰਸਤੇ 'ਚ ਜਾਂਦੇ ਜਾਂਦੇ ਆ ਮੇਰੇ ਕੋਲ ਐਸ ਸੱਚ ਕੋਈ ਪੁਆਇੰਟ ਆਇਆ ਜਿਹੜਾ ਮੇਰੇ ਕੋਲ ਕਿੰਨੇ ਟਾਈਮ ਬਾਅਦ ਆਇਆ 2 seconds. 2 ਸੈਕਿੰਡ ਤੇ ਇਸ ਪੁਆਇੰਟ ਤੇ ਜਿਹੜੀ ਹਾਈਟ ਉਹਦੀ ਆਈ ਆ ਹਾਈਟ ਪੋਲ ਦੀ ਉਹਨੇ ਦੱਸ ਦਿੱਤੀ 20.4 ਮੀਟਰ ਆ। क्या इतना क्लियर? Yes, sir. Sir, you Yes. given नहीं? हाँ जी, Sir, you तो given है question. यू ਦਿੱਤਾ ਹੋਇਆ ਹਾਂ ਹੈਗਾ 40 ਮੀਟਰ ਪਰ ਸੈਕਿੰਡ ਯੂ ਗਿਵਨ ਹੈ। ਯਾਨੀ ਆਪਣਾ ਇਸ ਨੂਮੈਰੀਕਲ ਚ ਕਿਹੜਾ ਕਿਹੜਾ ਵੇਰੀਏਬਲ ਆ ਗਿਆ ਜੀ, ਯੂ ਆ ਗਿਆ ਆਪਣੇ ਕੋਲ 40 ਮੀਟਰ ਪਰ ਸੈਕਿੰਡ, ਸਮਾਲ ਟੀ ਦੀ ਵੈਲਿਊ ਆਪਣੇ ਕੋਲ ਆ ਗਈ 2 ਸੈਕਿੰਡ, ਠੀਕ ਹੈ, ਹਾਈਟ ਉਸ ਪੋਜੀਸ਼ਨ ਤੇ ਆ ਗਈ 20.4 ਤੇ ਉਹਨੇ ਵੇਰੀਏਬਲ ਦੇਖੋ ਕਿਹੜਾ ਕਿਹੜਾ ਕੈਲਕੂਲੇਟ ਕਰਨ ਨੂੰ ਕਿਹਾ, एंगल ऑफ प्रोजेक्शन एंड रेंज, दो चीज़ां लभनियां जी, थीटा फाइंड आउट करो ते रेंज फाइंड आउट करो। सोचो जरा कित्थों शुरू करिए क्वेश्चन नु, बोलेगा कोई है ना रेंज कटनी, रेंज का की फार्मूला होता, u square by g sin 2 theta दोबारा बोलो, So u square by by g sin g theta. sin 2 theta u square by g into sin 2 theta Sin 2 theta. Sir, u square sin 2 theta upon g. दोबारा बोल प्रथम, Sir, u square sin 2 theta upon g. बिल्कुल ठीक है बेटा। ਇਹਦਾ ਮਤਲਬ ਹੈ ਫਿਰ ਜੇ ਰੇਂਜ ਕੱਢਣੀ ਪਹਿਲਾਂ ਥੀਟਾ ਨਿਕਲਿਆ ਹੋਣਾ ਚਾਹੀਦਾ। ਹੁਣ ਥੀਟਾ ਪੁੱਤ ਕਿੱਥੋਂ ਕੱਢੀਏ ਕਿ ਵੀ ਆਪਣੇ ਕੋਲ ਐਸ ਚ ਥੀਟਾ ਆਵੇ ਤੇ ਰੇਂਜ ਆਣੀ ਆ। ਹੁਣ h ਗਿਵਨ ਆ, ਠੀਕ ਹੈ ਨਾ, t ਆਪਣੇ ਕੋਲ ਗਿਵਨ ਆ, u ਆਪਣੇ ਕੋਲ ਗਿਵਨ, ਕਿਹੜਾ ਰਿਲੇਸ਼ਨ ਯੂਜ਼ ਕਰ ਸਕਦੇ ਆਪਾਂ ਜਿੰਨਾ ਥੀਟਾ ਕਿਤੇ ਨਾ ਕਿਤੇ ਕੈਲਕੂਲੇਟ ਕਰ ਪਾਈਏ। तो small t is equal to u sin g ना कर सकते हैं? loss ਦੁਬਾਰਾ ਬੋਲੋ, small t is equal to u sin g। अच्छे नहीं बेटा ऊंची बोल, यहाँ तक आवाज नहीं समझ लगी पूरी। स्मॉल t इक्वल टू u sin theta g। u sin theta by g, नहीं पुत्र स्मॉल g इक्वल टू u sin theta by g ਜਿਹੜਾ ਉਹ ਕਿਹਦਾ ਫਾਰਮੂਲਾ, ਟਾਈਮ ਆਫ ਫਲਾਈਟ ਦਾ ਫਾਰਮੂਲਾ ਹੁੰਦਾ 2u sin theta by g ਤੇ ਟਾਈਮ ਆਫ ਫਲਾਈਟ ਇਤੋਂ ਲੈ ਕੇ ਐਂਡ ਤੱਕ ਦਾ ਡਿਸਟੈਂਸ ਆ ਤੇ ਜਿਹੜਾ ਤੁਸੀਂ ਹਾਫ ਜੇ ਉਹਦਾ ਕਰਕੇ ਚੱਲੋਗੇ ਤੇ ਹਾਫ ਜਿਹੜਾ ਉਹ ਮੈਕਸਿਮਮ ਹਾਈਟ ਤੇ ਆਂਦਾ ਵਾ ਤੇ ਆਪਣੇ ਕੁਐਸਚਨ 'ਚ ਉਹਨੇ ਕਿਤੇ ਮੈਕਸਿਮਮ ਹਾਈਟ ਨਹੀਂ ਡਿਫਾਈਨ ਕੀਤੀ, ਇਸ ਲਈ u sin theta by g ਨਹੀਂ ਲੱਗਣਾ। ਕੁਝ ਹੋਰ ਕੋਈ ਹੋਰ ਰਿਲੇਸ਼ਨ ਦਿਮਾਗ 'ਚ ਲਿਆਓ ਜਿੰਨਾ ਆਪਾਂ SH ਸੇ H ਨੂੰ ਵਰਤ ਸਕੀਏ, ਹਨਾ, ਤੇ ਆਪਣੇ Sir, ਹਾਂ sir y is equal to x. तो जब अपन पिछले क्वेश्चन में लाया y is equal to x tan Sir, theta nature minus of path ਦਾ b. ਕਰਦੇ। ਨੇਚਰ ਆਫ ਪਾਥ ਦੀ ਆ ਇਕੁਏਸ਼ਨ ਪਈ ਆ ਆਪਣੇ ਕੋਲ, ਇੱਥੇ ਆ ਜਾਂਦੇ हाँ जी, ਇਹ ਆਪਣੇ ਕੋਲ हाँ जी। ਕਿੰਨਾ 20.4, ਠੀਕ ਹੈ ਜੀ, x ਵੀ ਆਪਣੇ ਕੋਲ ਹੈ ਨਹੀਂ, ਥੀਟਾ ਵੀ ਆਪਣੇ ਕੋਲ ਹੈ ਨਹੀਂ, ਠੀਕ ਹੈ ਜੀ। ਇਹਦਾ ਮਤਲਬ ਇਸ ਇਕੁਏਸ਼ਨ 'ਚ ਦੋ ਅਨਨੋਨ ਵੇਰੀਏਬਲ ਆ ਤੇ ਦੋ ਅਨਨੋਨ ਤਾਂ ਇੱਕੋ ਚੋਂ ਨਿਕਲਣੇ ਨਹੀਂ। sir जो v is equal to root u square plus c square plus t square minus 2u gt sin theta वाला था, उसमें थीटा की वैल्यू इक्वेट करके निकाल सकते हैं। दोबारा बोली, सर एक वेलोसिटी वाला था फॉर्मूला v is equal to root u square plus g square plus g square t square minus 2u gt sin theta वाला, सर उसमें v गिवन नहीं है, बाकी सब गिवन है सर, पर जब हम थीटा थीटा गिवन, कितने गिवन है? यस सर, उच थीटा कितने गिवन है? v इक्वल तो टू नहीं इक्वेट कर सकते हैं ना बाद में, दोनों उसमें से थीटा की एक वैल्यू निकाल सकते हैं बाद में सर, नेचर ऑफ पाथ में से। नहीं पुत्र आ देखे ना, तू आ इक्वेशन कह रही है v इक्वल टू रूट ऑफ u स्क्वायर प्लस g स्क्वायर t स्क्वायर माइनस 2u gt sin थीटा ना। जे मैं आ इक्वेशन लावा इच चलो u g t ये सारा कुछ हैगा, एक थीटा ते एक v दो है नहीं, हुन इनु किन्ना इक्वेट करा तू कहनी पई
ਜੇ ਇਸ ਇਕੁਏਸ਼ਨ ਨੂੰ ਮੈਂ ਇੰਨਾ ਇਕੁਏਟ ਕਰਨਾ ਚਾਹਾਂ, ਇੰਨਾ ਥੋੜਾ ਹੋਏਗਾ। ਇਹ y ਦਾ ਰਿਲੇਸ਼ਨ ਆ, ਉਹ ਵੈਲੋਸਿਟੀ ਦਾ ਰਿਲੇਸ਼ਨ ਆ, ਇਕੁਏਟ ਕਿੱਦਾਂ ਹੋ ਜੂਗੇ? सर जी हम थीटा की वैल्यू काट के उच्च पा दी ਹਾਂਜੀ थीटा की वैल्यू काट के वो पहली क्वेश्चन च पा दी नेचर वाली ਕਰਕੇ ਇਹ ਚੋਂ ਤੁਸੀਂ ਥੀਟਾ ਜੇ ਕੈਲਕੂਲੇਟ ਕਰਨਾ, ਥੀਟਾ v ਦੀ ਫਾਰਮ ਚ ਗਿਆ, v ਤਾਂ ਪਹਿਲਾਂ ਹੀ ਅਨਨੋਨ ਆ, ਉਹ 'ਚ ਜੇ ਮੈਂ ਇਕੁਏਸ਼ਨ ਇਹ ਪੁੱਟ ਕਰ ਵੀ ਦਊਂਗਾ ਤੇ ਥੀਟਾ ਖਤਮ ਹੋ ਗਿਆ, ਪਰ ਉੱਥੇ ਫਿਰ x ਤੇ ਨਾਲ v ਫਿਰ ਦੋ ਅਨਨੋਨ ਵੇਰੀਏਬਲ ਫਸ ਜਾਣੇ। यस सर ओके ਹਾਂਜੀ ਕੋਈ ਹੋਰ ਕੁਝ ਸੋਚੋ। ਸਰ ਜਿੱਦਾਂ ਆਪਾਂ ਪਿਛਲੇ ਸਮ ਵਿੱਚ ਕੋਆਰਡੀਨੇਟਸ ਲਿੱਤੇ ਸੀਗੇ ਸਰ, ਇਹਨੂੰ ਫਿਰ ਆਪਾਂ ਇੰਡੀਵਿਜੂਅਲੀ ਵੀ ਕਰ ਸਕਦੇ ਹਾਂ ਨਾ, ਜਿਵੇਂ UYT ਦਾ ਇੱਕ ਫਾਰਮੂਲਾ ਜਿਹਦੇ ਪਾਸੇ ਐਂਗਲ ਹੁੰਦਾ ਉਧਰ cos ਥੀਟਾ ਹੁੰਦਾ, ਜਦੋਂ y ਐਕਸਿਸ ਹੁੰਦਾ ਉਧਰ sin ਥੀਟਾ ਹੁੰਦਾ ਵਾ। ਆ ਮੇਰੇ ਕੋਲ p ਆ ਗਿਆ ਪੁਆਇੰਟ, ਇਹਦੇ x y ਕੋਆਰਡੀਨੇਟ ਆ, y ਕੋਆਰਡੀਨੇਟ ਦਾ 20.4 ਹੈਗਾ, ਹੁਣ ਬੋਲੋ ਕੀ ਕਰਾਂ? ਸਰ y is equal to UYT plus half AYT ਸਕੁਆਇਰ ਦਾ ਲਗਾ ਸਕਦੇ ਆ ਫਾਰਮੂਲਾ। ਬਿਲਕੁਲ ਆ ਸਕਦੇ ਹੋ ਸਰ ਵੈਲਿਊਜ਼ ਹੈਗੀਆਂ ਨੇ ਸਰ। ਹਾਂ, ਉਹ ਜਨਰਲ ਇਕੁਏਸ਼ਨ ਲੱਗ ਸਕਦੀ ਆ, ਆ y ਵਾਲੀ ਇਕੁਏਸ਼ਨ ਨਹੀਂ ਲੱਗਦੀ, ਪਰ ਆਪਾਂ ਜੇ ਧਿਆਨ ਦਈਏ ਤੇ s equal to ut plus half at square, ਉਹ ਜਨਰਲ ਇਕੁਏਸ਼ਨ ਜਿਹੜੀ ਆਪਣੀ ਹੁੰਦੀ ਆ ਹਨਾ, ਆ ਵਾਲੀ we know that y minus y not equal to, ਬੋਲੋ ਪੂਰੀ ਇਕੁਏਸ਼ਨ। ਸਰ UYT plus half AYT square। ਬਿਲਕੁਲ u/t plus half a/t square। ਹੁਣ ਇੱਥੇ ਜੇ ਮੈਂ u ਦਾ ਕੋਆਰਡੀਨੇਟ ਲਵਾਂ x ਐਕਸਿਸ ਦੇ ਅਲੋਂਗ, ਉਹ u cos ਥੀਟਾ, y ਦੇ ਅਲੋਂਗ ਉਹਦਾ ਕੋਆਰਡੀਨੇਟ u sin ਥੀਟਾ ਆ ਜਾਊ। Yes, sir. यस सर ਇਹ ਚੋਂ y ਦੀ ਵੈਲਿਊ ਮੇਰੀ 20.4 ਆ, y ਨਾਟ origin ਦਾ ਕੋਆਰਡੀਨੇਟ 0 ਆ, u y ਦੀ ਥਾਂ ਤੇ ਆਪਾਂ u sin ਥੀਟਾ, ਠੀਕ ਆ, into t plus half ay ਦੀ ਵੈਲਿਊ minus g into t square ਆ ਲਿਖ ਸਕਦੇ। Yes, sir. ਹੁਣ ਦੇਖੋ ਤਾਂ ਜ਼ਰਾ ਧਿਆਨ ਨਾਲ, ਇਹਦੇ ਆਪਣੇ ਵੇਰੀਏਬਲ ਪੂਰੇ ਹੁੰਦੇ ਪਏ, y ਦੀ ਵੈਲਿਊ ਵੀ ਹੈਗੀ ਆ, u ਦੀ ਵੈਲਿਊ 40 ਗਿਵਨ ਆ, u ਅਨਨੋਨ ਨਹੀਂ ਹੈਗਾ, u ਦੀ ਵੈਲਿਊ ਆਪਣੇ ਕੁਐਸਚਨ 'ਚ ਹੈਗੀ ਆ, ਥੀਟਾ ਅਨਨੋਨ ਆ, ਟਾਈਮ ਦੀ ਵੈਲਿਊ 2 ਸੈਕਿੰਡ ਗਿਵਨ ਆ, ਟਾਈਮ ਦੀ ਵੈਲਿਊ 2 ਸੈਕਿੰਡ, ਮਤਲਬ ਜੇ ਆ ਇਕੁਏਸ਼ਨ ਪੂਰੀ ਯੂਜ਼ ਕਰ ਲਾਂ, ਇਹ ਚੋਂ ਪੁੱਤ ਥੀਟਾ ਨਿਕਲ ਆਉ, यस सर यानी अपनी इक्वेशन आ गई 20.4 इक्वल टू 40 into 2 into sin theta minus a half into 10 into 2 ਦਾ ਸਕੁਅਰ, यानी 4 ਆ ਗਿਆ। ਇਹਨੂੰ ਸੋਲਵ ਕਰਦੇ ਆ, ਆਪਣੇ ਕੋਲ ਰਿਲੇਸ਼ਨ ਕੀ ਬਣ ਗਿਆ 20.4 equal to 80 sin theta, ठीक है, इनो एडजस्ट करो, माइनस आ गया अपने को जी 20, चलो वह मैंने लगा 9.6 आप 9.8 लेने तो शायद इधर डेसिमल वाली कंडीशन सॉल्व हो जानी सी जल्दी। 20.4 माइनस 20 कर लो, अपनी वैल्यू आ गई 0.4 over 80 इक्वल टू sin थीटा, ठीक है, क्लियर है जी ना? सर दूसरी साइड जाके प्लस नहीं हो जाएगा? ਆਪਾਂ ਕੀ ਕਰੀਏ, ਮਾਈਨਸ ਕਰਤਾ, माइनस कर। यस सर। ਹਾਂ 40.4 ਹੈ ਨਾ। ਤੁਸੀਂ ਵੈਸੇ 40. ਤੁਸੀਂ ਸੇਮ ਕੁਐਸਚਨ ਜਿਹੜਾ ਨਾ ਉਹਦੇ ਨਾਲ ਕਰਕੇ ਦੇਖਿਓ, g ਦੀ ਵੈਲਿਊ 9.8 ਭਰ ਕੇ, ਮੈਨੂੰ ਲੱਗਦਾ सर 40/80 आ रहा था ਹਾਂ उससे 40/80 आ रहा था। ਆ ਰਿਹਾ ਨਾ, ਹਾਂ ਬਸ ਉੱਥੇ ਵੈਲਿਊ ਪੂਰੀ ਬਣਦੀ ਹੋਣੀ ਆ, ਕਿਉਂਕਿ ਇਹ ਡੈਸੀਮਲ ਉਹਨੇ ਐਡਜਸਟ ਕੀਤਾ ਹੋਣਾ ਤੇ ਤਾਂ ਕਰਕੇ ਆਪਣੀ ਇੱਥੇ ਕਟਿੰਗ 'ਚ ਨਹੀਂ ਜਾ ਰਿਹਾ। 9.8 ਨਾਲ ਮੈਨੂੰ ਲੱਗਦਾ ਕਿ ਵੈਲਿਊ ਜਿਹੜੀ ਆ ਉਹ ਆਪਣੀ ਐਸਐਚ ਘਟ ਜਾਣੀ ਆ, 40 ਆ ਜਾਣੀ ਆ, ਤੇ ਉਤੋਂ sin ਥੀਟਾ ਆਪਣਾ 1/2 ਆ ਗਿਆ। ਤੇ ਹੁਣ ਇਹਨੇ ਇੱਥੇ ਮੈਂ ਕਰ ਹੀ ਦਿੰਦਾ ਬੇਟਾ, ਆਪਾਂ ਇਹਨੂੰ ਕੈਲਕੂਲੇਸ਼ਨ ਦੇ ਵਿੱਚ ਚੇਂਜ ਕਰ ਹੀ ਲੈਣੇ, ਇੱਥੇ 9.8 ਲੈ ਲਈਏ, ਠੀਕ ਹੈ, ਇੱਕੋ ਥਾਂ ਸੀਗੀ, ਤੇ ਜੇ ਇਹਨੂੰ ਐਡਜਸਟ ਕਰੀਏ 2 to the 4 ਤੇ 9.8 minus 19.6 ਆ ਗਿਆ, 19.6 ਤੇ 20.2 20.4 ਐਡ ਕਰ ਲਓ ਤੇ ਆਪਣੇ ਕੋਲ sin ਥੀਟਾ ਦੀ ਵੈਲਿਊ ਐਸਐਚ 40 over 80 ਆ ਜਾਊ। यस सर। ਇਹ ਤੋਂ ਥੀਟਾ ਕੱਢ ਦਈਏ ਤੇ ਥੀਟਾ ਸਾਡਾ ਆ ਗਿਆ ਜੀ ਐਸਐਚ sin ਦੀ ਵੈਲਿਊ 1/2 ਕਦੋਂ ਹੁੰਦੀ 30 डिग्री 30 डिग्री, यानी थीटा निकला है 30। सो पहला पार्ट अपना ये तो थीटा का बनेगा,
दूजी वाली रेंज कढनी, रेंज का हुण सीधा फॉर्मूला ला लो, ठीक है। रेंज कादे बराबर u स्क्वायर बाय square 3 by 3 इनटू sin sin 2 थीटा। ते ਇਹਦੇ वेरिएबल चेक करो, u अपने क्वेश्चन च गिवन आ, और एक ध्यान रखो g ए ना करियो पुत, एक थां ते 10 ते एक थां ते 9.8, हुण 9.8 ना चले तो सारे न्यूमेरिकल च पूरी वैल्यू वही रहनी है। g की वैल्यू भी हैगी आ अपने कोल sin 2 * 30 sin 60 डिग्री की वैल्यू भी पता, आ सारे वेरिएबल हैगे, पुट अप कर लो, रेंज निकल आएगी। हो जो 12th न्यूमेरिकल। Yes, sir. Yes, sir. चलो नेक्स्ट न्यूमेरिकल देखो, करिए शुरू अगला। Yes, sir. शुभ कीरत, Yes, sir. शुभ Yes, कीरत। sir. चल नेक्स्ट न्यूमेरिकल दी स्टेटमेंट बेटा 13, जल्दी जल्दी पढ़ लो सारे जाने, मैं स्टेटमेंट 2-3 जने तो कुछ नहीं है, इंपॉर्टेंट है न्यूमेरिकल। पढ़ लिया जी? तो न्याणियों पढ़ ली स्टेटमेंट? चलो अपने आप कौन एक्सप्लेन करेगा पहलो, जिदा दिल करे कि भी मैं दसा है? सर दसने वाला काम वीक है, करने वाला काम बोलन च की जांदा, बोलो गलत हो जू बेटा, उच की फर्क है? स्टेटमेंट दी इंटरप्रिटेशन तुहानू ज्यादा बेटर आनी चाहिए। कोई भी नहीं पुत्र? सर मैं बोलो। सर इसमें बताया हुआ है कि एक जो हंटर है वो एक मॉन्की में निशाना लगा रहा है अपनी गन से, वो मॉन्की एक ट्री पे बैठा हुआ है ऊपर, और वो कह रहे हैं कि मॉन्की जब फॉल कर रहा है उसी टाइम मॉन्की फॉल कर देता है जब गन उस पे चलाई जाती है, तो हमें बताना है कि गन उसे लगेगी कि नहीं। बुलेट ओनू लगूगी कि नहीं, है ना? उन्हें केड़ा गन चुक के मारी है, यस सर। है ना? नहीं लगेगी सर। नहीं लगेगी। यस फिर सर। वो शिकारी कादा होया जे ओनू वो मार ही ना सकिया? नहीं सर, वो साइमल्टेनियसली अगर गन फायर होते ही वो ड्रॉप कर गया नीचे तो नहीं हुआ होगा, नहीं ਇਹਦਾ नहीं तो अगर ਇਹਦਾ ਮਤਲਬ ਮੰਕੀ ਉਹ ਜਿਹੜਾ ਸ਼ਿਕਾਰੀ ਆ ਉਹ ਵੀ ਤਾਂ ਸਿਆਣਾ ਹੋਣਾ ਚਾਹੀਦਾ। यस सर। ਜਦੋਂ ਉਹਨੂੰ ਪਤਾ ਕਿ ਜਿੱਦਾਂ ਹੀ ਮੈਂ ਬੁਲਟ ਫਾਇਰ ਕਰਨੀ ਆ ਤੇ ਉਹਦੀ ਆਵਾਜ਼ ਨਾਲ ਮੰਕੀ ਨੇ ਡ੍ਰੌਪ ਕਰਨਾ ਵਾ, ਉਹਨੇ ਛਾਲ ਮਾਰਨੀ ਆ ਉਤੋਂ ਥੱਲੇ ਨੂੰ, ਠੀਕ ਹੈ ਨਾ? ਤੇ ਜੇ ਉਹ ਬੁਲਟ ਇਸ ਹਿਸਾਬ ਨਾਲ ਮਾਰੇ ਕਿ ਵੀ ਬੁਲਟ ਉਤੋਂ ਪ੍ਰੋਜੈਕਟ ਇਸ ਹਿਸਾਬ ਨਾਲ ਕਰੇ ਕਿ ਵੀ ਬੁਲਟ ਜਿਹੜੀ ਆ ਉਸੇ ਥਾਂ ਤੇ ਪਹੁੰਚੇ ਜਿੱਥੇ ਮੰਕੀ ਜਿਹੜਾ ਵਾ ਡ੍ਰੌਪ ਕਰਕੇ ਆਂਦਾ, ਤੇ ਫਿਰ ਉਹਨੂੰ ਵੱਜ ਨਹੀਂ ਜਾਊ? लेकिन सर अब स्टेटमेंट में उतना दिमाग नहीं लगाया ना उसने। हैं? सर स्टेटमेंट में उतना दिमाग नहीं लगाया ना। ਇਹੀ ਤਾਂ ਹੁਣ ਇਹ ਤਾਂ ਤੁਸੀਂ ਲਾਣਾ ਨਾ, ਜੇ ਉਹਨੇ ਤੁਹਾਨੂੰ ਇਹ ਕਿਹਾ ਕਿ ਹੰਟਰ ਏਮ ਹਿਸ ਗਨ ਐਂਡ ਫਾਇਰ ਅ ਬੁਲਟ ਡਾਇਰੈਕਟਲੀ ਐਟ ਅ ਮੰਕੀ ਇਨ ਅ ਟਰੀ, ਐਟ द इंस्टेंट बुलेट लीव द बैरल, द मंकी ड्रॉप, ठीक है? विल सर उसने ये बोला ना सर, डायरेक्टली एट द मंकी। हाँ मतलब सर जब वो पेड़ की डाली पे था तो उसी टाइम उस इंस्टेंट पे डायरेक्टली मंकी पे फायर किया सर। हाँ, और मंकी तक बुलेट नो टाली पेड़ तक पहुंचे नु टाइम भी लगना कि नहीं? यस सर लगना है सर, उतने उतने में वो ड्रॉप कर जाएगा। ਉਹੀ ਤਾਂ ਮੈਂ ਕਹਿੰਦਾ ਪਿਆ ਕਿ ਜਦੋਂ ਉਹ ਡ੍ਰੌਪ ਕਰਨਾ ਤੇ ਜਦੋਂ ਇਧਰੋਂ ਬੁਲਟ ਉਹਦੇ ਕੋਲੋਂ ਨਿਕਲਣੀ ਆ, ਇਹਦਾ ਮਤਲਬ ਆ ਇਹਨਾਂ ਦੋ ਚੀਜ਼ਾਂ ਦੇ ਵਿੱਚ ਟਾਈਮ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ, ਤਦੇ ਬੁਲਟ ਹਿੱਟ ਕਰੂ। यस सर। यस सर। ਬਸ ਫਿਰ ਤੁਸੀਂ ਉਹ ਟਾਈਮ ਮਿਲਾ ਕੇ ਦੇਣਾ ਕਿ ਕਿੱਦਾਂ ਰਲਦਾ ਵਾ। ਉਹਨੇ ਨੂਮੈਰੀਕਲ ਜੇ ਆਪਾਂ ਨੂੰ ਜੇ ਫਿਗਰ ਵਾਈਜ਼ ਚੱਲੀਏ, ਬੁਲਟ ਜਦੋਂ ਆਪਾਂ ਫਾਇਰ ਕੀਤੀ, ਮੰਨ ਲਓ ਆ ਤੁਹਾਡੇ ਕੋਲ ਟੀ ਗਿਵਨ ਆ, ਠੀਕ ਹੈ? ਬੁਲਟ ਜਿਹੜੀ ਤੁਸੀਂ ਇੱਥੋਂ ਫਾਇਰ ਕੀਤੀ ਉਹ ਆ ਕਿਸੇ ਪੋਜੀਸ਼ਨ ਤੋਂ ਕੀਤੀ ਹੰਟਰ ਨੇ, ਤੇ ਜਦੋਂ ਇੱਥੋਂ ਬੁਲਟ ਫਾਇਰ ਕਰੇਗਾ ਕਿਹੜੇ ਪਾਥ ਤੇ ਜਾਏਗੀ ਬੁਲਟ? सर सर हॉरिजॉन्टल कह सकते हैं, पैराबोला। होएगा हॉरिजॉन्टल पर सर स्ट्रेट सर। वो स्ट्रेट पाथ होएगा या कुछ और होगा? सर स्ट्रेट पाथ होगा। स्ट्रेट स्ट्रेट। नलैको स्ट्रेट नहीं होना सर वो रेंज पे डिपेंड करता है ना सर, ये तो रेंज पे डिपेंड करता है सर। पैराबोला बिल्कुल। ਕਾਕਾ ਜੀ ਆਪਾਂ ਨੂੰ ਕੁਐਸਚਨ ਦੀ ਜਿਹੜੀ ਸਟੇਟਮੈਂਟ ਆ ਉਹ ਸਿਮੈਟ੍ਰਿਕਲੀ ਐਸ ਚ ਰਲਾਣੀ ਪਊ,
ਜੇ ਮੈਂ ਇਥੋਂ ਸਟ੍ਰੇਟ ਬੁਲਟ ਫਾਇਰ ਕਰਾਂ, ਠੀਕ ਹੈ, ਉਹਦਾ ਐਕਚੁਅਲ ਪਾਥ ਕੀ ਬਣਨਾ? ਹੁਣ ਮੈਂ ਕਹਾਂ ਜੀ ਨਾਲ ਹੀ 1 ਮੀਟਰ ਤੇ ਦੀਵਾਰ ਆ ਗਈ, ਇਹ ਸਟ੍ਰੇਟ ਗਈ ਆ, ਠੀਕ ਹੈ ਨਾ। ਉਹ ਕਹਿੰਦਾ ਜੇ ਇਹ ਵਾਲ ਨਾ ਹੁੰਦੀ ਆਬਸਟੇਕਲ, ਫਿਰ ਇਹਦਾ ਪਾਥ ਕੀ ਬਣਦਾ ਪਿਆ? ਅਸੀਂ ਉਸ ਪਾਥ ਦੀ ਗੱਲ ਕਰਦੇ ਪਏ ਜਿਹੜਾ ਉਹਨੇ ਐਕਚੁਅਲ ਕਵਰ ਕਹਿੰਦਾ ਜੀ ਕਰਨਾ। ਤੇ ਬੁਲਟ ਜੇ ਤੁਸੀਂ ਇੱਥੋਂ ਸਟ੍ਰੇਟ ਫਾਇਰ ਕਰਦੇ ਹੋ, ਠੀਕ ਹੈ, ਤੇ ਬੁਲਟ ਆਪਣੇ ਕੋਲ ਹੌਰੀਜ਼ੌਂਟਲ ਪ੍ਰੋਜੈਕਸ਼ਨ ਦੇ ਅਕੋਰਡਿੰਗਲੀ ਇਸ ਵੇ ਨਾਲ ਕਹਿੰਦਾ ਜੀ ਬੁਲਟ ਜਾਂਦੀ ਹੈ, ਯਾਨੀ ਉਹ ਬੁਲਟ ਇਸ ਵੇ ਨਾਲ ਮੇਰੇ ਕੋਲ ਜਿਹੜੀ ਡਾਊਨਵਰਡ ਹੋ ਕੇ ਕਹਿੰਦਾ ਜੀ ਜਾਣੀ ਹੈ ਗ੍ਰੈਵਿਟੀ ਦੇ ਇਫੈਕਟ ਦੇ ਅੰਡਰ। ਤੇ ਜੇ ਮੈਂ ਉਹਨੂੰ ਐਂਗਲ ਤੇ ਇਨਕਲਾਈਨਡ ਕਰਾਂ, ਠੀਕ ਹੈ ਨਾ, ਤੇ ਤਾਂ ਵੀ ਬੁਲਟ ਜਿਹੜੀ ਉਹ ਮੇਰੇ ਕੋਲ ਪੈਰਾਬੋਲਾ ਪਾਥ ਤੇ ਕਹਿੰਦਾ ਜੀ ਜਾਂਦੀ ਜਾਏ, ਠੀਕ ਆ। ਇਹਦਾ ਮਤਲਬ ਇਹਦੇ ਅੰਦਰ ਕਿਤੇ ਵੀ ਅਸੀਂ ਐਸਐਚਏ ਨਹੀਂ ਲੈ ਰਹੇ। ਜੇ ਉਹਦਾ ਸਟ੍ਰੇਟ ਪਾਥ ਬਣੇ ਤੇ ਇਹਦਾ ਮਤਲਬ ਜਦੋਂ ਉਹਨੇ ਬੁਲਟ ਇਤੋਂ ਫਾਇਰ ਕੀਤੀ, ਬੁਲਟ ਆ ਪੁਆਇੰਟ ਤੇ ਪਹੁੰਚਣੀ ਸੀਗੀ, ਠੀਕ ਆ। ਤੇ ਜੇ ਬੁਲਟ ਇਸ ਪੁਆਇੰਟ ਦੇ ਉੱਤੇ ਪਹੁੰਚਦੀ ਆ, ਠੀਕ ਹੈ, ਤੇ ਮੰਕੀ ਦੇ ਤੋਂ ਡ੍ਰੌਪ ਕਰ ਚੁੱਕਾ। ਇਹਦਾ ਮਤਲਬ ਆ ਹਰ ਵਾਰੀ ਜਦੋਂ ਮੈਂ ਨਿਸ਼ਾਨਾ ਲਾਵਾਂ ਤੇ ਮੈਂ ਇਧਰੋਂ ਨਿਸ਼ਾਨਾ ਲਾ ਕੇ ਬੁਲਟ ਇੱਥੇ ਫਾਇਰ ਕਰਦਾ, ਮੰਕੀ ਹਰ ਵਾਰੀ ਥੱਲੇ, ਇਹਦਾ ਮਤਲਬ ਮੈਨੂੰ ਸਮਝ ਹੀ ਨਹੀਂ ਆਈ। ਜੇ ਹੰਟਰ ਆ ਵਰਡ ਲਿਖਿਆ ਉਹਨੇ, ਇਹ ਮਤਲਬ ਇਹ ਕਿ ਪ੍ਰੋਫੈਸ਼ਨਲ ਆ, ਤੇ ਇਹਦਾ ਮਤਲਬ ਆ ਉਹਨੂੰ ਇਸ ਚੀਜ਼ ਦਾ ਪਤਾ ਵਾ ਕਿ ਵੀ ਇਹਨੇ ਬਾਜ਼ ਸੁਣ ਕੇ ਤੇ ਤੋਂ ਥੱਲੇ ਛਾਲ ਮਾਰਨੀ ਹੈ। ਇਹਦਾ ਮਤਲਬ ਜੇ ਮੈਂ ਇਥੋਂ ਬੁਲਟ ਜਦੋਂ ਫਾਇਰ ਕਰਾਂ ਤੇ ਬੁਲਟ ਕੁਝ ਇਸ ਟਾਈਪ ਦੇ ਪਾਥ ਨੂੰ ਫੋਲੋ ਕਰ ਲਵੇ। ਜਦੋਂ ਬੁਲਟ ਇਸ ਪੁਆਇੰਟ ਤੇ ਪਹੁੰਚੇ, ਮੰਨ ਲਓ 3 ਸੈਕਿੰਡ ਲੱਗੇ ਆ ਇਥੋਂ ਨਿਕਲ ਕੇ ਬੁਲਟ ਨੂੰ ਇਸ ਟਰੀ ਤੱਕ ਪਹੁੰਚਦੇ ਨੂੰ, ਠੀਕ ਹੈ, ਤੇ ਟਰੀ ਦੇ ਇਸ ਪੋਜੀਸ਼ਨ ਤੇ ਜਦੋਂ ਬੁਲਟ ਪਹੁੰਚੇ ਤੇ ਉਹੀ 3 ਸੈਕਿੰਡ ਮੰਕੀ ਲੈਂਦਾ ਹੋਵੇ ਟੌਪ ਪੁਆਇੰਟ ਤੋਂ ਇੱਥੇ ਤੱਕ ਆਂਦੇ, ਤੇ ਇਹਦਾ ਮਤਲਬ ਫਿਰ ਬੁਲਟ ਮੰਕੀ ਨੂੰ ਹਿੱਟ ਕਰ ਸਕਦੀ? यस सर, तब कर सकती है। ਤੇ ਤਦ ਹੀ ਕਰਾਵਾਂਗੇ ਜੇ ਹੰਟਰ ਆ, ਤੇ ਹੰਟਰ ਹੁੰਦਾ ਹੀ ਕੌਣ ਆ? ਜਿਹੜਾ ਪ੍ਰੋਫੈਸ਼ਨਲ ਹੋਏਗਾ, ਠੀਕ ਹੈ ਨਾ। ਇਹਦਾ ਮਤਲਬ ਉਹ ਇਸ ਚੀਜ਼ ਨੂੰ ਪਹਿਲਾਂ ਤੋਂ ਕਹਿੰਦਾ ਜੀ ਨੌਲੇਜ ਰੱਖੂ ਕਿ ਵੀ ਉਹਦੇ ਲਈ ਉਹਨੇ ਤੁਹਾਡੇ ਲਈ ਇਹ ਕੁਐਸਚਨ ਬਣਾਇਆ ਵਾ ਕਿ ਵੀ ਆ A ਪੁਆਇੰਟ ਆ ਗਿਆ, ਲੈਟ ਇਟ ਬੀ ਦਾ B, ਲੈਟ ਇਟ ਬੀ ਦਾ C। ਇਹਦਾ ਮਤਲਬ when the bullet will leave the barrel of the gun at the same time when the monkey drop, it means both bullet and monkey, ठीक है, they must reach at the same point at the same time। ਜੇ ਹਿੱਟ ਹੋਣੀ ਆ ਤੇ ਉਹਦੀ ਉਹਨੇ ਤੁਹਾਨੂੰ ਕੁਐਸਚਨ ਕਿਹਾ ਸਬਸਟੈਂਸ਼ੀਏਟ ਯੂਰ ਆਨਸਰ, ਤੇ ਮਤਲਬ ਇਹ ਹੋ ਗਿਆ ਕਿ ਵੀ ਤੁਸੀਂ ਉਹਦੀ ਪ੍ਰੋਪਰ ਐਕਸਪਲੇਨੇਸ਼ਨ ਦੇ ਰਹੇ ਹੋ। ਇਫ ਦ ਬੁਲਟ ਵਿਲ ਹਿੱਟ ਦ ਮੰਕੀ, ਤੇ ਦਿਸ ਥਿੰਗ ਇਜ਼ ਪੋਸੀਬਲ ਓਨਲੀ ਇਫ ਬੁਲਟ ਐਂਡ ਮੰਕੀ ਰੀਚ ਐਟ ਦ ਪੁਆਇੰਟ B ਸਾਈਮਲਟੇਨੀਅਸਲੀ। ਜੇ ਦੋਨੋਂ ਚੀਜ਼ਾਂ ਇਸ ਥਾਂ ਤੇ ਇੱਕੋ ਟਾਈਮ ਤੇ ਆਣ, ਫਿਰ ਬੁਲਟ ਹਿੱਟ ਕਰੇਗੀ। ਹੁਣ ਅਸੀਂ ਇੱਥੋਂ ਕੈਲਕੂਲੇਟ ਕਰ ਲੈਂਦੇ ਕਿ ਵੀ ਜੇ ਮੈਂ ਮੰਕੀ ਵਾਸਤੇ ਗੱਲ ਕਰਾਂ, ਮੰਕੀ ਨੇ ਜਦੋਂ A ਤੋਂ ਡ੍ਰੌਪ ਕੀਤਾ, ਛਾਲ ਮਾਰੀ ਥੱਲੇ ਨੂੰ, ਠੀਕ ਹੈ, ਉਹਨੇ B ਤੱਕ ਪੁਆਇੰਟ ਤੱਕ ਪਹੁੰਚਦੇ ਹੋਏ 30 ਸੈਕਿੰਡ ਲੱਗੇ ਉਹਨੂੰ। ਤੇ ਮੈਂ ਐਸ ਸੱਚ ਮੰਕੀ ਲਈ AB ਡਿਸਟੈਂਸ ਕੱਢਣਾ ਹੋਵੇ, ਠੀਕ ਆ, ਤੇ ਮੰਕੀ ਵਾਸਤੇ ਪਹਿਲਾਂ ਲਿਖ ਰਹੇ ਹਾਂ ਫॉर ਮੰਕੀ ਵਾਸਤੇ ਆਪਾਂ ਐਸ ਸੱਚ ਆ AB ਇਕੁਏਸ਼ਨ ਬਣਾਣੀ ਹੋਵੇ ਆ ਡਿਸਟੈਂਸ ਲਈ, ਤੇ ਇਥੋਂ ਜਦੋਂ ਮੰਕੀ ਨੇ ਡ੍ਰੌਪ ਕੀਤਾ ਉਹਦਾ U 0 ਆ, ਗ੍ਰੈਵਿਟੀ ਦੇ ਅੰਡਰ ਆਂਦਾ ਪਿਆ ਥੱਲੇ, ਇਹਦੇ ਨਾਲ ਐਕਸਲਰੇਸ਼ਨ G ਦੇ ਬਰਾਬਰ ਆ, ਤੇ ਅਸੀਂ ਮੰਨਿਆ ਉਹਨੂੰ 30 ਸੈਕਿੰਡ ਲੱਗੇ ਇਸ ਹਾਈਟ ਨੂੰ, ਇਸ ਡਿਸਟੈਂਸ ਨੂੰ ਕਵਰ ਕਰਨ ਲਈ। ਇਹਦਾ ਮਤਲਬ ਆਪਣੇ ਕੋਲ ਆ ਗਿਆ y minus y0 equal to u by t plus half a by t square, ਕਿਉਂਕਿ y ਐਕਸਿਸ ਤੇ ਇਕੁਏਸ਼ਨ ਇਸ ਲਈ y ਦੇ ਅਲੋਂਗ ਲਗਾ ਰਹੇ ਹਾਂ। ਇਹ ਚ y ਤੁਸੀਂ ਜਿਹੜਾ ਕੈਲਕੂਲੇਟ ਕਰਨਾ, y ਮੇਰਾ ਯਾਨੀ AB ਡਿਸਟੈਂਸ ਬਣ ਗਿਆ, ਠੀਕ ਹੈ, ਇੰਨੇ ਡਿਸਟੈਂਸ ਨੂੰ ਆਪਾਂ y ਲਿਖ ਲੈਂਦੇ ਆ। ਆ ਡਿਸਟੈਂਸ ਮੇਰੇ ਕੋਲ y ਗਿਵਨ ਆ, y0 origin ਦਾ ਕੋਆਰਡੀਨੇਟ ਜਿਹੜਾ ਕਿ 0 ਆ, uy ਥੱਲੇ ਆਉਣ ਦੀ ਇਨੀਸ਼ੀਅਲ ਵੈਲੋਸਿਟੀ 0 ਆ, ਡ੍ਰੌਪ ਕੀਤੀ ਆ ਉਹਨੇ, ਠੀਕ ਆ। ਇਹ ਮਤਲਬ ਆ ਵੀ ਟਰਮ ਮੇਰੇ ਕੋਲ ਜੇਕਰ ਲੈ ਕੇ ਚੱਲਣ 0, ਆ ਵੀ ਟਰਮ 0, ਹਾਫ a ਬਾਈ ਥੱਲੇ ਉਹ ਗ੍ਰੈਵਿਟੀ ਦੀ ਫੇਵਰ ਚ ਆ ਰਿਹਾ, ਤੇ ਇਸ ਲਈ ਐਕਸਲਰੇਸ਼ਨ G ਦੇ ਇਕੁਅਲ ਆ ਜਾਏਗੀ, ਔਰ ਸਮਾਲ t ਰਹਿ ਜਾਏਗਾ। देयरफॉर मंकी वास्ते ਜਿਹੜਾ डिस्टेंस कवर ਹੋਇਆ ਉਹ ਹਾਫ gt ਸਕੁਅਰ ਆ ਜਾਊਗਾ। यस सर। ਹੁਣ ਅਸੀਂ ਇਹ ਕੈਲਕੂਲੇਟ ਕਰੀਏ, ਜਿਹੜੀ ਬੁਲਟ ਇੱਥੋਂ ਫਾਇਰ ਕਰਨੀ ਆ ਉਹ ਦੋ ਕੰਮ ਕਰੇਗੀ, ਇੱਕ ਤੇ h ਤੋਂ ਲੈ ਕੇ c ਤੱਕ ਜਿੰਨਾ ਆ ਡਿਸਟੈਂਸ ਹੋਏਗਾ ਉਹਨਾਂ ਕਵਰ ਕਰੂ। ਮਤਲਬ ਜੇ ਮੰਨ ਲਓ ਇਹ ਟਾਰਗੇਟ ਟਰੀ ਜਿਹੜਾ ਵਾ ਇਸ h ਤੋਂ 15 ਮੀਟਰ ਦੂਰ ਆ, ਠੀਕ ਹੈ, ਤੇ ਬੁਲਟ ਮੈਂ ਇੱਥੋਂ ਜਦੋਂ ਫਾਇਰ ਕਰਾਂ ਉਹ 14 ਮੀਟਰ ਦੂਰ ਤੱਕ ਹੀ ਪਹੁੰਚ ਪਾਵੇ, ਤੇ ਇਹਦਾ ਮਤਲਬ ਹੈ ਕਿ ਵੀ C ਤੱਕ ਆਈ ਨਹੀਂ, ਟਰੀ ਤੱਕ ਆਈ ਨਹੀਂ, ਟਰੀ ਤੋਂ ਪਹਿਲੇ ਡਿੱਗ ਗਈ, ਠੀਕ ਹੈ। ਇਹਦਾ ਮਤਲਬ ਉਸ ਮੂਵਮੈਂਟ ਤੇ ਬੁਲਟ ਹਿੱਟ ਨਹੀਂ ਕਰੂ। ਇਹਦਾ ਮਤਲਬ ਜੇ ਬੁਲਟ ਇਹਨੂੰ ਹਿੱਟ ਕਰਨੀ ਆ ਤੇ ਮੰਕੀ ਨੂੰ ਪਤਾ ਹੋਵੇ H ਤੋਂ ਲੈ ਕੇ ਇਸ C ਪੁਆਇੰਟ ਤੱਕ ਉਹ ਹੌਰੀਜ਼ੌਂਟਲ ਡਿਸਟੈਂਸ ਕਵਰ ਕਰੇ, ਰੇਂਜ ਨਹੀਂ ਕਹਿ ਰਿਹਾ, ਠੀਕ ਹੈ। H ਤੋਂ ਲੈ ਕੇ C ਤੱਕ ਦਾ ਡਿਸਟੈਂਸ ਹੌਰੀਜ਼ੌਂਟਲ ਡਾਇਰੈਕਸ਼ਨ ਚ, ਪਲੱਸ
ਬੁਲਟ ਸੱਚ ਗਰਾਊਂਡ ਤੋਂ ਫਾਇਰ ਹੋਈ ਆ, ਇਸ ਲਈ ਸੀ ਤੋਂ ਲੈ ਕੇ ਬੀ ਤੱਕ ਦੀ ਉਹ ਹਾਈਟ ਕਵਰ ਕਰੇ। ਇੰਨੀ ਗੱਲ ਕਲੀਅਰ ਆ? Yes, sir. ਹੁਣ ਜੇ ਮੈਂ ਐਸ ਗੱਲ ਸਮਝਿਓ, ਲਾਸਟ ਸਟੈਪ ਤੁਹਾਡੇ ਸਮਝਣ ਵਾਲਾ ਵਾ ਬੇਟਾ। ਹੁਣ ਜੇ ਪੁੱਤ ਆਪਾਂ ਐਸਐਚ ਕਹੀਏ ਬੁਲਟ ਐਸਐਚ ਆ ਸੀਬੀ ਹਾਈਟ ਕਵਰ ਕਰੇ ਤੇ ਨਾਲ ਐਚਸੀ ਦੇ ਬਰਾਬਰ ਹੌਰੀਜ਼ੌਂਟਲ ਡਿਸਟੈਂਸ ਕਵਰ ਕਰੇ, ਉਸ ਮੂਵਮੈਂਟ ਤੇ ਇੰਨੀ ਗੱਲ ਸਮਝ ਲੱਗ ਰਹੀ? यस सर, समझ आ गया। Yes, sir. ਇੱਕ ਪਾਸੇ ਹੁਣ ਅਸੀਂ ਕੀ ਕਰੀਏ ਕਿ ਵੀ ਆ ਕਿਸੇ ਵੇ ਨਾਲ BC ਕੱਢ ਲਈਏ ਤੇ ਦੂਜਾ ਮੈਨੂੰ AC ਦੀ ਲੈਂਥ ਪਤਾ ਹੋਵੇ। AC ਟੋਟਲ ਟਰੀ ਦੀ ਹਾਈਟ ਹੋ ਗਈ ਹੈ, ਜਿਹੜਾ ਉਹ ਮੇਰੇ ਕੋਲ ਇਹਦਾ ਟੌਪ ਮੋਸਟ ਪੁਆਇੰਟ ਆ ਗਿਆ ਜਿੱਥੋਂ ਮੰਕੀ ਨੇ ਡ੍ਰੌਪ ਕੀਤਾ। ਇਸ AC ਹਾਈਟ ਚੋਂ ਜੇ ਮੈਂ BC ਹਾਈਟ ਮਾਈਨਸ ਕਰ ਲਵਾਂ ਤੇ ਫਿਰ ਆ ਜਿਹੜਾ ਡਿਸਟੈਂਸ ਆਵੇ, ਆ ਜਿਹੜਾ ਡਿਸਟੈਂਸ ਬੁਲਟ ਦੇ ਹਿਸਾਬ ਨਾਲ ਬਣੇ ਹਨਾ, ਇਹ ਸੇਮ ਓਨਾ ਹੀ ਆਵੇ ਜਿੰਨਾ ਮੰਕੀ ਨੇ SHO ਡਾਊਨਵਰਡ ਕਵਰ ਕੀਤਾ ਹੋਇਆ। ਗੱਲ ਸਮਝ ਲੱਗੀ ਜੋ ਮੈਂ ਲਾਸਟ ਕਹਿ ਰਿਹਾ? Yes, sir. यस सर। Yes, sir. ਪੁੱਤ ਅਸੀਂ ਇੱਕ ਚੀਜ਼ ਸਮਝਿਓ, ਮੈਂ ਫੇਰ ਰਿਪੀਟ ਕਰ ਰਿਹਾ, ਅਸੀਂ ਡਿਸਟੈਂਸ ਅਸਲ 'ਚ BC ਨਹੀਂ ਕੱਢਣਾ, ਅਸੀਂ ਵੀ ਇਹ ਦੱਸਣ ਲੱਗੇ ਆ ਕਿ ਵੀ ਬੁਲਟ ਜਦੋਂ B ਪੁਆਇੰਟ ਤੇ ਪਹੁੰਚਣੀ ਆ ਤੇ ਆ AB ਦੀ ਲੈਂਥ ਬੁਲਟ ਦੇ ਹਿਸਾਬ ਨਾਲ ਵੀ ਠੀਕ ਹੈ ਜਿਹੜੀ ਉਹ ਹਾਫ GT ਸਕੁਅਰ ਹੀ ਬਣਨੀ ਚਾਹੀਦੀ ਆ। ਤੇ ਅਸੀਂ AB ਦੀ ਲੈਂਥ ਜਦੋਂ ਬੁਲਟ ਦੇ ਅਕੋਰਡਿੰਗਲੀ ਕੱਢਣੀ, ਉਹਦੇ ਲਈ ਕਰਨ ਕੀ ਲੱਗੇ, ਪੂਰੀ AC ਲੈਂਥ ਪਤਾ ਹੋਵੇ ਤੇ ਦੂਜਾ ਉਹਦੇ ਵਿੱਚੋਂ BC ਲੈਂਥ ਜੇ ਮੈਂ ਮਾਈਨਸ ਕਰ ਲਾਂ ਤੇ AC ਮਾਈਨਸ BC ਕਰਕੇ ਮੇਰੀ AB ਲੈਂਥ ਆ ਜਾਊ। यस सर। Yes, sir. ਤੇ AB ਦੀ ਵੈਲਿਊ ਸੇਮ ਮੇਰੀ ਜਿਹੜੀ ਆ, AB ਦੀ ਵੈਲਿਊ ਮੇਰੀ ਜਿਹੜੀ ਆ ਉਹ ਸੇਮ ਇੰਨੀ ਹਾਫ GT ਸਕੁਅਰ ਆਣੀ ਚਾਹੀਦੀ। ਜੇ ਉਹ ਆਂਦੀ ਆ ਤੇ ਦੈਟ ਮੀਨ ਫਿਰ ਉਸ ਮੂਵਮੈਂਟ ਤੇ ਬੁਲਟ ਉਹਨੂੰ ਹਿੱਟ ਕਰੇਗੀ। ਇਹਦਾ ਮਤਲਬ ਜਿਹੜਾ ਤੁਸੀਂ ਮੰਕੀ ਵਾਸਤੇ ਕਰਨਾ ਸੀ ਉਹ ਹਾਫ GT ਸਕੁਅਰ ਵਾਲਾ ਡਿਸਟੈਂਸ ਬਣ ਗਿਆ। ਹੁਣ ਬੁਲਟ ਨੇ ਲਿਖੀਏ ਫॉर बुलेट, एक्सक्यूज मी सर। बोलो जी। सर इसका आंसर फिर डेफिनेट नहीं होगा, मतलब प्रोबेबल होगा कि अगर उस मोमेंट पे वहां बुलेट लग गई तो ठीक है, नहीं तो ਉਹ ਤੇ अगला ਆਪਾਂ शिकार। ਇਹੀ ਦੱਸਦੇ ਪਏ, ਉਹਨੇ ਤੈਨੂੰ ਕੀ ਪੁੱਛਿਆ, ਵਿਲ ਦਾ ਬੁਲਟ ਹਿੱਟ, ਤੇ ਅਸੀਂ ਕਹਿੰਦੇ ਇਫ ਇਟ ਦਾ ਬੁਲਟ ਵਿਲ ਹਿੱਟ ਇਟ ਮੀਨਸ ਇਨ ਦੈਟ ਕੇਸ both will travel the vertical distance in the same time। यस ਤੇ ਅਸੀਂ ਵੀ ਤਾਂ ਉਹ ਕੰਡੀਸ਼ਨ ਹੀ ਦੇ ਰਹੇ ਹਾਂ। ਇਮਲ ਬੁਲਟ ਵਾਸਤੇ ਜੇ ਆਪਾਂ ਐਸਐਚ ਕੈਲਕੂਲੇਟ ਕਰੀਏ AB ਦੀ ਵੈਲਿਊ, ਠੀਕ ਆ, ਤੇ ਉਹਦੀ ਵੈਲਿਊ ਬਣਨੀ AC ਮਾਈਨਸ BC। ਤੇ ਇਹਦਾ ਮਤਲਬ ਆਪਾਂ ਇਹਦੇ ਵਿੱਚੋਂ BC ਡਿਸਟੈਂਸ ਪਹਿਲਾਂ ਲੱਭੀਏ, BC ਨੂੰ ਫਿਰ ਮੁੜ ਕੇ AC ਦੇ ਵਿੱਚੋਂ ਮਾਈਨਸ ਕਰਾਂਗੇ, ਫਿਰ ਦੇਖਦੇ ਹੋ ਵੈਲਿਊ ਕਿੰਨੀ ਬਣਦੀ ਹੈ। ਹੁਣ BC ਵੱਲ ਚੱਲੋ, ਜਿਹੜਾ ਮੇਨ ਤੁਸੀਂ ਬਣਾਉਣਾ, C ਤੋਂ ਲੈ ਕੇ B ਤੱਕ ਆਪਾਂ ਡਿਸਟੈਂਸ ਕੱਢਣਾ ਵਾ, ਕਿਹੜੇ ਬਿਨਾ ਕਿਹੜੀ ਇਕੁਏਸ਼ਨ ਲਵਾਂ। ਬੁਲਟ ਇੱਥੋਂ ਜਦੋਂ ਫਾਇਰ ਕੀਤੀ ਆਪਾਂ, ਬੁਲਟ ਇੱਥੋਂ ਜਦੋਂ ਫਾਇਰ ਕੀਤੀ ਆ ਤੇ ਉਹਨੂੰ U ਵੈਲੋਸਿਟੀ ਦਿੱਤੀ ਆ, ਠੀਕ ਹੈ ਜੀ, ਥੀਟਾ ਐਂਗਲ ਤੇ ਪ੍ਰੋਜੈਕਟ ਕੀਤੀ ਆ, ਤੇ ਇਹਦੇ ਅਕੋਰਡਿੰਗਲੀ ਆਪਾਂ ਐਸਐਚ ਜਿਹੜਾ ਆ BC ਹਾਈਟ ਕੱਢਣੀ ਆ, ਇਹਨੂੰ ਆਪਾਂ y ਡੈਸ਼ ਨਾਮ ਦੇ ਦਿੰਨੇ, ਡਿਸਟੈਂਸ ਨੂੰ ਨਾਮ ਕੁਝ ਵੀ ਦੇ ਦਿਓ, ਜਿਹੜਾ BC ਡਿਸਟੈਂਸ ਹੋਏਗਾ ਇਹਦੀ ਵੈਲਿਊ ਬੋਲੋ ਆਪਾਂ ਕਿਹੜੇ ਵੇ ਨਾਲ ਕੱਢੀਏ, ਕਿਹੜੀ ਇਕੁਏਸ਼ਨ ਲਵਾਂ, ਕਿਦਾਂ ਸੋਲਵ ਕਰਾਂ। सर नेचर ऑफ पाथ में निकल सर फिफ्थ नेचर ऑफ पाथ ले सकते ਹਾਂਜੀ नेचर ऑफ पाथ की इक्वेशन से उधर निकल जूगी। ਬੋਲੋ y ਕਿਹੜੀ is equal to x ਇਕੁਏਸ਼ਨ ਬੋਲੋ ਨਾ। y is equal to x tan theta minus g x square over 2 u square cos square theta। y equal to x tan theta minus g x square by 2 u square cos square theta, ਇਹ ਲਾ ਦਈਏ। हाँ जी सर पर गिवन तो कुछ भी नहीं है, क्वेश्चन जिदा आप लाइव सकते हैं वेरिएबल, मतलब इधर ही लाके वेरिएबल ਲਾ ਨੂੰ ਕੁਝ ਵੀ ਲਾ ਸਕਦੇ ਹੋ, ਕਿਉਂ ਨਹੀਂ ਲਾ ਸਕਦੇ, ਲਾਵਾਂਗੇ ਤਾਂ ਆਪਾਂ ਨੂੰ ਪਤਾ ਲੱਗੂ ਗਲਤ ਹੋ ਗਿਆ ਕਿ ਸਹੀ ਚੱਲੂਗਾ, ਲਾ ਕੇ ਪਤਾ ਲੱਗਦਾ ਹੁੰਦਾ। ਇਹੀ ਚੀਜ਼ ਤਾਂ ਤੁਸੀਂ ਪ੍ਰੈਕਟਿਸ ਕਰਨੀ ਆ। ਚਲੋ ਆਪਾਂ ਤੁਹਾਡੇ ਲਈ ਇਕੁਏਸ਼ਨ ਲਾਣੇ ਪਹਿਲਾਂ, y equal to x tan theta minus gx square over 2u square cos square theta, ਇਹ y dash ਦੀ ਆਪਾਂ ਇਕੁਏਸ਼ਨ ਲਾ ਲਈ। ਜੇ ਉਹਨੇ y dash ਤੇ ਇਕੁਏਸ਼ਨ ਲਾਵਾਂ, ਹੁਣ ਇਹਦੇ ਚ ਆਪਣੇ ਕੋਲ ਆ hc ਡਿਸਟੈਂਸ ਜਿਹੜਾ ਇਹਨੂੰ ਤਾਂ ਆਪਾਂ ਹੌਰੀਜ਼ੌਂਟਲ ਡਿਸਟੈਂਸ ਕਹਿੰਦੇ ਪਏ, ਠੀਕ ਹੈ, ਇਹ ਮੇਰੇ ਕੋਲ x ਮੰਨਿਆ, tan ਥੀਟਾ ਆ ਗਿਆ। ਹੁਣ ਕੀ ਕਰਾਂ ਮੈਂ, ਇਹ y dash ਨਿਕਲਿਆ ਵਾ ਯਾਨੀ BC ਆ ਗਿਆ। ਹੁਣ ਇਦਾਂ ਹੀ AC ਵੀ ਲੱਭ ਲਓ, ਆਪਾਂ SH ਜਦੋਂ AB ਕੱਢਣਾ ਉਹ AC BC ਆ ਪੁੱਤ, ਤੇ ਜੇ ਮੈਂ ਪੂਰਾ AC ਲਿਖਣਾ ਹੋਵੇ, AC ਦੀ ਲੈਂਥ ਇਸ x ਤੇ ਥੀਟਾ ਦੀ ਫਾਰਮ ਚ ਲਿਖਾਂ, ਤੇ ਉਸ ਟ੍ਰਾਇੰਗਲ ਦੇ ਵਿੱਚ ਜੇ ਥੋੜਾ ਧਿਆਨ ਦਿਓ ਕੀ ਲਿਖ ਸਕਦੇ ਉਹਨੂੰ ਆਪਾਂ, So tan theta, sir. ਬਿਲਕੁਲ ਠੀਕ।
ਐਸਐਚ ਏਸੀ ਦੀ ਲੈਂਥ ਤੇ ਬੀਸੀ ਦੀ ਲੈਂਥ ਜੇ ਐਚਸੀ ਦੀ ਲੈਂਥ ਜਿਹੜੀ ਆ ਜੇ ਇਹਨਾਂ ਨੂੰ ਆਪਸ ਚ ਆਪਾਂ ਰਿਲੇਟ ਕਰੀਏ ਤੇ ਐਂਗਲ ਦੇ ਸਾਹਮਣੀ ਸਾਈਡ ਪਰਪੈਂਡੀਕੂਲਰ ਤੇ ਆ ਬੇਸ, ਇਹਦਾ ਮਤਲਬ ਜੇ ਮੈਂ ਏਸੀ ਲਿਖਾਂ ਹੇਅਰ ਏਸੀ ਇਕੁਅਲ ਟੂ ਏਸੀ ਤੇ ਐਚਸੀ ਇਹਦੀ ਰੇਸ਼ੋ ਲਿਖ ਲਵਾਂ ਤੇ ਪਰਪੈਂਡੀਕੂਲਰ ਓਵਰ ਬੇਸ ਬਣੂਗਾ। Yes, sir. Yes, sir. ਇਹ ਮਤਲਬ ਏਸੀ ਓਵਰ ਐਚਸੀ ਆਪਣੇ ਕੋਲ ਆ ਗਿਆ ਜੀ tan ਥੀਟਾ, ਤੇ ਜੇ ਇਥੋਂ tan ਥੀਟਾ ਆ ਗਿਆ ਤੇ ਇਹਦਾ ਮਤਲਬ ਏਸੀ ਦੀ ਲੈਂਥ ਆਪਣੀ ਬਣ ਗਈ x tan ਥੀਟਾ। ਕਲੀਅਰ ਆ ਬੱਚੇ? Yes, sir. Yes, sir. यस सर। ਇਹ ਆਇਆ ਏਸੀ ਹਨਾ, ਆ ਮੇਰੇ ਕੋਲ ਆ ਗਿਆ ਜਿਹੜਾ ਐਸਐਚ ਆਪਾਂ y ਡੈਸ਼ ਯਾਨੀ ਆਪਣਾ BC, ਤੇ ਜੇ ਆ ਵੈਲਿਊ ਇਹਨੂੰ ਆਪਾਂ BC ਹੀ ਸਿੰਬਲ ਪਾ ਦਿੰਨੇ ਭਾਵੇਂ, ਠੀਕ ਹੈ। ਇਹਦਾ ਮਤਲਬ ਆਪਾਂ ਕਿਹਾ ਸੀ AB ਜਿਹੜਾ ਵਾ ਉਹ AC - BC ਬਣਨਾ। ਤੇ ਹੁਣ ਆਪਾਂ ਇਹ ਸੋਲਵ ਕਰਕੇ ਦੇਖਦੇ ਹਾਂ ਕਿ ਵੀ ਜਿਹੜੀ ਆਪਾਂ ਇਕੁਏਸ਼ਨ ਲਾਈ ਆ देयरफॉर AB ਦੀ ਵੈਲਿਊ ਕੀ ਬਣੀ AC ਦੀ ਵੈਲਿਊ ਆ ਗਈ x tan ਥੀਟਾ, ਇਹ ਚੋਂ ਮਾਈਨਸ ਕਰਨਾ ਆਪਾਂ BC ਆ ਪੂਰੇ ਦਾ ਪੂਰਾ ਚੁੱਕ ਲੈਣੇ x tan ਥੀਟਾ ਪਲੱਸ gx² ਮਾਈਨਸ ਐਡਜਸਟ ਕਰਕੇ ਲਿਖਦਾ ਪਿਆ ਓਵਰ 2u² cos² ਥੀਟਾ। ਕਲੀਅਰ ਹੈ ਜੀ? Yes, sir. Yes, sir. क्लियर है सर। ਜਿਹੜੀ ਇਕੁਏਸ਼ਨ ਤੁਸੀਂ ਕਹੀ ਆਪਾਂ ਉਹਨੂੰ ਯੂਜ਼ ਕਰਕੇ ਦੇਖਣਾ ਆਪਣੀ ਬਣੀ ਹੈ ਵੈਲਿਊ ਕਿ ਨਹੀਂ। ਆ ਕਟਿਆ ਗਿਆ ਇਹ ਮਤਲਬ ਆਪਣੇ ਕੋਲ AB ਦੀ ਲੈਂਥ ਜੇ ਇਸ ਵੇਲੇ ਲਿਖੀਏ ਉਹ ਆਈ ਜੀ ਆਪਣੇ ਕੋਲ gx² ਓਵਰ 2u² cos² ਥੀਟਾ, ਠੀਕ ਹੈ ਨਾ। ਆ ਆਪਣਾ AB ਆ ਗਿਆ, ਜਦ ਕਿ ਉੱਪਰਲੇ ਪਾਸੇ ਆਪਣੇ ਕੋਲ AB ਜਿਹੜਾ ਵਾ, ਠੀਕ ਹੈ, ਉੱਪਰਲੇ ਪਾਸੇ ਮੰਕੀ ਦੇ ਹਿਸਾਬ ਨਾਲ AB ਜਿਹਨੂੰ y ਲਿਖਿਆ ਸੀ ਉਹਦੀ ਵੈਲਿਊ ਹਾਫ GD² ਆ, ਯਾਨੀ ਆ ਹਾਫ GD² ਆਇਆ, ਠੀਕ ਹੈ ਜੀ। ਇਧਰੋਂ ਵੈਲਿਊ ਮੇਰੀ ਜਿਹੜੀ SH ਆ SH ਹਾਫ gx²/u²। ਹੁਣ ਇਹਦੇ ਜੇ ਵੇਰੀਏਬਲ ਦੇਖੋ ਤੇ ਇਹ ਚ ਕਿੰਨੇ ਸਾਰੇ ਅਨਨੋਨ ਵੇਰੀਏਬਲ ਆ, ਆਪਾਂ ਨੂੰ x ਵੀ ਨਹੀਂ ਪਤਾ ਹਨਾ। ਆਪਾਂ ਇੱਥੇ ਜੇ ਚੱਲੀਏ ਇਹਦੇ ਵਿੱਚ ਆਪਾਂ ਇੱਕ ਵਰਡ ਯੂਜ਼ ਕੀਤਾ, ਹੁਣ ਜਿਹੜੀ ਸਮਝਣ ਵਾਲੀ ਗੱਲ ਆ ਤੁਹਾਡੇ, ਆਪਾਂ ਕਿਹਾ ਸੀ ਬੁਲਟ ਮੰਕੀ ਨੂੰ ਹਿੱਟ ਕਰੇਗੀ ਉਦੋਂ ਜੇ ਬੁਲਟ ਤੇ ਮੰਕੀ ਦੋਨੋਂ ਜਣੇ ਸੇਮ ਟਾਈਮ ਤੇ ਸੇਮ ਪੋਜੀਸ਼ਨ ਤੇ ਪਹੁੰਚਣਗੇ। ਕਲੀਅਰ ਹੈ ਨਹੀਂ ਗੱਲ? Yes, sir. यस सर। Yes, sir. ਜਿਹੜਾ ਆਪਣੇ ਪੂਰੇ ਕੁਐਸਚਨ ਚ ਨੋਨ ਵੇਰੀਏਬਲ ਆ ਉਹ ਸਮਾਲ t ਬਣਿਆ ਕਿ ਸੇਮ ਟਾਈਮ ਹੋਣਾ ਚਾਹੀਦਾ। ਇਹਦਾ ਮਤਲਬ ਆ ਇਹਦੇ ਵਿੱਚ t ਮੇਰੇ ਕੋਲ ਨੋਨ ਹੈ ਇੱਕ ਤਰ੍ਹਾਂ, g ਦੀ ਵੈਲਿਊ ਸਟੈਂਡਰਡ ਆਪਾਂ ਨੂੰ ਪਤਾ, ਇਹ ਮਤਲਬ ਆ y ਦੀ ਵੈਲਿਊ ਆਪਣੀ ਸਟੈਂਡਰਡ ਵੇਰੀਏਬਲ ਦੀ ਫਾਰਮ ਚ ਆਂਦੀ ਪਈ ਆ। ਜੇ ਹੁਣ ਮੈਂ ਥੱਲੇ ਚੱਲਾਂ ਇੱਥੇ ਜਿਹੜਾ AB ਯਾਨੀ y ਆਇਆ ਵਾ ਇਹਦੀ ਵੈਲਿਊ ਜਿਹੜੇ ਵੇਰੀਏਬਲ ਚ ਆਈ, ਕਿਆ x ਨੋਨ ਆ ਆਪਣੇ ਕੋਲ? No, sir. No, sir. u ਵੀ ਆਪਣੇ ਕੋਲ ਨੋਨ ਨਹੀਂ, ਥੀਟਾ ਵੀ ਆਪਣੇ ਕੋਲ, ਇਹ ਮਤਲਬ ਆਪਣੇ ਇਸ ਕੁਐਸਚਨ ਚ ਅਨਨੋਨ ਵੇਰੀਏਬਲ ਹੈਗੇ ਨੇ। ਹੁਣ ਇਹਨੂੰ ਐਸਐਚ ਮੈਂ ਕਿੱਦਾਂ ਸੋਲਵ ਕਰਾਂ ਕਿ ਵੀ ਇਹ ਇਹਨਾਂ ਹੀ ਨੋਨ ਵੇਰੀਏਬਲ ਚ ਜਾਂ ਤਾਂ ਕਨਵਰਟ ਹੋਵੇ, ਠੀਕ ਹੈ ਨਾ। ਆਪਾਂ ਕੰਪੈਰੀਜ਼ਨ ਤਾਂ ਕਰ ਪਾਵਾਂਗੇ ਕਿ ਵੀ ਇਹ ਹਿੱਟ ਕੀਤੀ ਕਿ ਨਹੀਂ ਕੀਤੀ ਜੇ ਮੇਰੇ ਇਹ ਨੋਨ ਵੇਰੀਏਬਲ ਚ ਇਕੁਏਸ਼ਨ ਬਣੇ, ਤੇ ਨੋਨ ਹੈਗਾ t। ਹੁਣ ਕਿਸੇ ਤਰ੍ਹਾਂ ਇਹਨੂੰ t ਦੀ ਫਾਰਮ ਚ ਲੈ ਕੇ ਜਾਵਾਂ ਤੇ t ਦੀ ਥਾਂ ਤੇ ਮੈਂ ਕੀ ਲਿਆ ਸਕਦਾ? ਓਏ ਹੈਗੇ ਹੋ? Yes, sir. Yes, sir. ਲਾਓ ਦਿਮਾਗ, ਕਿਤੇ ਨਾ ਕਿਤੇ ਆਪਾਂ ਕੁਝ ਪੜਿਆ ਹੋਵੇ ਪ੍ਰੋਜੈਕਟਾਈਲ ਵਾਲੇ ਟੌਪਿਕ ਦੇ ਵਿੱਚ ਕਿ ਵੀ ਆਪਾਂ ਜੇ ਇੱਥੇ t ਨੂੰ ਤੇ ਇਹਨੂੰ ਰਿਲੇਟ ਕਰਨਾ, ਕੋਈ ਸੀਗੀ ਏਦਾਂ ਦੀ ਟਰਮ ਪੜੀ? ਚਲੋ ਹਿੰਟ ਮੈਂ ਦਿੰਦਾ, ਆਪਾਂ ਪਹਿਲੀ ਇਕੁਏਸ਼ਨ ਜਿਹੜੀ ਨੇਚਰ ਆਫ ਪਾਥ ਵਾਲੀ ਹੁੰਦੀ ਆ, ਠੀਕ ਹੈ ਜੀ, ਇਸੇ ਦੇ ਵਿੱਚ ਕੁਝ ਪੜਿਆ ਸੀ ਆਪਾਂ। ਜਦੋਂ ਇਹ ਇਕੁਏਸ਼ਨ ਡਰਾਈਵ ਕੀਤੀ ਆਪਾਂ ਨੇਚਰ ਆਫ ਪਾਥ ਵਾਲੀ, ਆਪਾਂ ਕਿੱਦਾਂ ਡਰਾਈਵ ਕਰਦੇ ਇਸ ਇਕੁਏਸ਼ਨ ਨੂੰ? ਕੋਈ ਦੱਸੂਗਾ ਸਟੈਪ ਕੀ ਸੀਗੇ ਉਹਦੇ? So पहले सर हमने x एक्सिस के लॉन्ग में से वो h इक्वल टू ut प्लस हाफ at स्क्वायर की इक्वेशन पुट की जो हमें वेरिएबल्स नोन थे। ਜਦੋਂ और ਆਪਾਂ फिर उधर से x ਐਕਸਿਸ ਦੇ ਅਲੋਂਗ ਇਕੁਏਸ਼ਨ ਲਾਈ ਤੇ ਜੇ ਯਾਦ ਕਰੋ ਉਹ ਚ x ਦੀ ਵੈਲਿਊ ਤੇ t ਦੇ ਜਿਹੜਾ ਰਿਲੇਸ਼ਨ ਆਇਆ ਸੀ ਉਹ ਕੀ ਆਇਆ ਸੀ? So t is equal to x cos theta t equal to t is equal to x upon u cos theta x is equal Very to good. u cos theta t. ਦੁਬਾਰਾ ਬੋਲਦੇ, ਵੈਰੀ ਗੁੱਡ, ਵਾਪਸ ਹੋਣਾ ਮੈਨੂੰ ਲੱਗਦਾ। t equal to x upon x upon u cos theta. तो ਅੱਗੇ ਵੀ ਕੁਝ ਬੋਲਿਆ ਸੀ। सर वो x के लिए बोली थी ना, या तो Okay, x को u बिल्कुल ठीक। cos theta t लिखो ਬਿਲਕੁਲ या t। ਬਿਲਕੁਲ ਠੀਕ ਬੋਲੀ, ਮੈਨੂੰ ਲੱਗਿਆ ਕਿ ਅੱਗੇ ਕੁਝ ਨਾਲ ਐਡ ਕਰ ਗਈ।
t ਦੀ ਵੈਲਿਊ ਆਪਾਂ ਜਦੋਂ ਇਕੁਏਸ਼ਨ x ਐਕਸਿਸ ਦੇ ਅਲੋਂਗ ਲਗਾਣੇ ਨਾ x - x not equal to uxt plus half it axt square, ਉਹ ਇਕੁਏਸ਼ਨ ਦੇ ਵਿੱਚੋਂ ਆਪਾਂ t ਦੀ ਵੈਲਿਊ ਕੱਢਦੇ ਸੀ x over u cos theta। ਉਹ t ਦੀ ਵੈਲਿਊ ਜਿਹੜੀ ਸੀਗੀ ਫਿਰ y ਐਕਸਿਸ ਦੇ ਅਲੋਂਗ ਇਕੁਏਸ਼ਨ ਲਗਾ ਕੇ ਉਹ ਚ ਯੂਜ਼ ਕਰਦੇ ਸੀ ਆਪਾਂ। ਓਏ ਨਿਆਣਿਓ ਪੁੱਤ ਰਿਸਪੌਂਡ ਕਰੋ, ਮੈਨੂੰ ਇਦਾਂ ਨਹੀਂ ਸੱਚੀ Yes, sir. Yes. ਇੰਨੀ ਗੱਲ ਸਮਝ ਲੱਗਦੀ ਪਈ Yes, ਜਿਹੜੇ sir. ਬੋਲਦੇ ਉਹਨਾਂ ਨੂੰ ਸਮਝ ਲੱਗਦੀ ਪਈ ਆ। ਰੇਖਲ, ਅਮਨਜੋਤ, ਸਨੇਹਾ, ਹਾਂਜੀ ਗੁਰਸਿਮਰਨ, ਨਵਨੀਤ, ਸਾਹਿਲ, clear ਆ Yes, sir. ਪੁੱਤ ਵਿੱਚ ਰਿਸਪੌਂਡ ਕਰ ਦਿਆ ਕਰੋ, ਮੈਨੂੰ ਪਤਾ ਤਾਂ ਹੋਵੇ ਤੁਸੀਂ ਬੈਠੇ ਹੋ, ਇਦਾਂ ਤਾਂ ਤੁਸੀਂ ਸੁਸਤੀ ਪਾ ਲਓਗੇ। ਆਪਾਂ ਉੱਥੇ ਰਿਲੇਸ਼ਨ ਪੜਿਆ ਸੀਗਾ t ਦੀ ਵੈਲਿਊ ਜਿਹੜੀ ਆ ਉਹ x by u cos theta ਸੀਗੀ, ਤੇ ਮੈਂ ਉੱਥੋਂ x ਸੋਚ ਲਵਾਂ x ਦੀ ਵੈਲਿਊ u cos theta into t ਬਣਨੀ, ਉਹ x ਦੀ ਵੈਲਿਊ ਇੱਥੇ ਜੇ ਮੈਂ ਭਰ ਦਵਾਂ ਤੇ x t ਦੀ ਫਾਰਮ ਚ ਕਨਵਰਟ ਹੋ ਜੂ। Yes, sir. ਠੀਕ ਹੈ, ਉਸ ਨੂੰ ਇੱਥੇ ਯੂਜ਼ ਕਰ ਰਿਹਾ। we know that t ਦਾ ਰਿਲੇਸ਼ਨ ਸੀਗਾ x over u cos theta, ਤੇ ਜੇ t ਇਹਦੇ ਇਕੁਅਲ ਆ ਤੇ ਇੱਥੋਂ x ਦੀ ਵੈਲਿਊ u cos theta into t ਆ ਗਈ, ਆਪਣੇ ਆਪ ਸਮਝ ਆ ਗਈ ਹੋਣੀ ਆ। x ਦੀ ਥਾਂ ਤੇ ਜੇ ਹੁਣ ਮੈਂ u cos theta into t ਦਾ ਸਕੁਅਰ ਕਰੂੰਗਾ ਤੇ ਥੱਲੇ ਉਹ u ਸਕੁਅਰ cos ਸਕੁਅਰ theta ਕੱਟਿਆ ਜਾਣਾ। Yes, sir. Yes, sir. Yes. ab ਜਿਹਦੀ ਵੈਲਿਊ y ਆ ਉਹਦੀ ਵੈਲਿਊ ਆ ਗਈ ਜੀ g over 2u ਸਕੁਅਰ cos ਸਕੁਅਰ theta, ਔਰ x ਸਕੁਅਰ ਦੀ ਥਾਂ ਤੇ ਇੱਥੋਂ ਭਰ ਦਿੱਤਾ ਆਪਾਂ u ਸਕੁਅਰ cos ਸਕੁਅਰ theta into t ਸਕੁਅਰ, ਤੇ ਜੇ ਇਹਚੋ ਕਟਿੰਗ ਕਰ ਲਓ ਆ u ਸਕੁਅਰ cos ਸਕੁਅਰ theta ਕੱਟਿਆ ਗਿਆ ਤੁਹਾਡਾ। ਅਲਟੀਮੇਟ ਆਪਣੇ ਕੋਲ ਇਥੋਂ a by ਦੀ ਜਿਹੜੀ ab ਦੀ ਵੈਲਿਊ ਆ, देयरफॉर ਆਪਣੇ ਕੋਲ ab ਦੀ ਵੈਲਿਊ ਹਾਫ gt ਸਕੁਅਰ ਆ ਗਈ ਜੀ। Yes, sir. ਇਹਦਾ ਮਤਲਬ ਜਿਹੜਾ ਐਸਐਚ ਬੁਲਟ ਲਈ ab ਬਣਿਆ ਵਾ ਉਹ ਵੀ ਹਾਫ gt ਸਕੁਅਰ ਆ, ਤੇ ਜਿਹੜਾ ਐਸਐਚ ਉੱਪਰ ਤੁਹਾਡੇ ਕੋਲ ਜਿਹੜਾ ਮੰਕੀ ਵਾਸਤੇ ਆਇਆ ਸੀਗਾ ab ਦੀ ਲੈਂਥ ਉਹ ਵੀ ਹਾਫ gt ਸਕੁਅਰ ਆ। ਇਹਦਾ ਮਤਲਬ ਹੋ ਗਿਆ ਕਿ ਵੀ ਦੋਨਾਂ ਦੇ ਅਕੋਰਡਿੰਗਲੀ ਉਸ ਫਿਗਰ 'ਚ ਜਿਹੜਾ ab ਪੋਰਸ਼ਨ ਆ ਉਹ ਬੁਲਟ ਲਈ ਕੱਢੀ ਹੈ ਜਾਂ ਮੰਕੀ ਲਈ ਕੱਢੀ ਹੈ, ab ਪੋਰਸ਼ਨ ਦੀ ਲੈਂਥ ਸੇਮ ਆਂਦੀ ਪਈ। Yes, sir. Yes. ਤੇ ਜੇ ab ਦੋਨੋਂ ਵਾਰੀ ਆਪਣਾ ਸੇਮ ਆ ਤੇ ਇਹਦੇ ਨਾਲ ਬੁਲਟ ਮਸਟ ਕਹਿੰਦਾ ਜੀ ਹਿੱਟ ਦਾ ਮੰਕੀ। ਕਲੀਅਰ ਆ? Yes, sir. Yes, sir. Yes, sir. ਅੱਛਾ ਕਿਹਨੂੰ ਕਿਹਨੂੰ ਕਲੀਅਰ ਆ ਇੱਕ ਵਾਰੀ ਬੋਲਿਓ। Yes, sir. Clear. Yes, sir. end of clear है sir। Yes, sir. Yes, sir. ਕੁਛ ਕੁ ਜਾਣਿਆਂ ਨੂੰ ਹਜੇ ਵੀ ਨਹੀਂ ਮੇਰਾ ਖਿਆਲ ਕਲੀਅਰ ਹੈ। ਚਲੋ ਨੈਕਸਟ ਨਿਊਮੈਰੀਕਲ सर थोड़ा नीचे करिए। ਹਾਂਜੀ जी सर मेरी गलत है। माइनस g की वैल्यू नहीं आई सर, जैसे a is equal to minus x square upon 2u square cos theta सर। ਦੁਬਾਰਾ ਬੋਲੀ ਮਾਨਿਆ। सर जैसे हमने x tan theta minus g x square upon 2u square cos square theta किया था सर, तो वो माइनस था। ਲਾਡੇ ਮਾਈਨਸ ਥੋੜਾ ਆਇਆ ਪੁੱਤ, x tan ਥੀਟਾ ਦੇ ਵਿੱਚੋਂ ਜਦੋਂ ਇਹ ਸਾਰੀ ਟਰਮ ਮਾਈਨਸ ਕਰਨੀ ਪੁੱਤ ਮਾਈਨਸ ਐਡਜਸਟ ਹੋ ਗਿਆ। जिसमें ग्रेविटेशनल माइनस नहीं होगी। ਓਏ ਬੱਚੇ ਇਹ ਚ ਆਪਾਂ ਦੁਬਾਰਾ ਥੋੜਾ ਮਾਈਨਸ ਭਰਨਾ, ਇਹ ਤੇ ਆਪਾਂ ਨੇਚਰ ਆਫ ਪਾਥ ਦੀ ਇਕੁਏਸ਼ਨ ਆਲਰੇਡੀ ਬਣਾਈ ਹੋਈ ਆ। सुनिए मैं ग्रेविटेशन पूछ रही थी, जैसे ग्रेविटेशन अपने आप में माइनस नहीं होगी माइनस जी। ਨਹੀਂ ਪੁੱਤ ਤੂੰ ਇੱਕ ਚੀਜ਼ ਨਹੀਂ ਸਮਝੀ, ਆਪਾਂ ਜਦੋਂ ਇਹ ਰਿਲੇਸ਼ਨ ਡਰਾਈਵ ਕੀਤਾ ਸੀ ਨੇਚਰ ਆਫ ਪਾਥ ਵਾਲਾ ਉਹ ਚ a ਦੀ ਵੈਲਿਊ ਮਾਈਨਸ g ਹੀ ਭਰੀ ਸੀ। यस सर। ਤੇ ਉਹ ਭਰਨ ਤੋਂ ਬਾਅਦ ਜਾ ਕੇ ਆਪਣੀ y ਦੀ ਫਾਈਨਲ ਇਕੁਏਸ਼ਨ x tan ਥੀਟਾ ਠੀਕ ਹੈ ਮਾਈਨਸ ਹਾਫ g x ਸਕੁਅਰ ਓਵਰ 2 u ਸਕੁਅਰ cos ਸਕੁਅਰ ਥੀਟਾ ਆਈ। ਹੁਣ ਇੱਥੇ ਪਲੱਸ ਇਹ ਕਿੱਥੋਂ ਬਣਿਆ, ਕਿਉਂਕਿ ਜਦੋਂ ਆਪਾਂ ac ਆਪਾਂ ਪੂਰੀ ਟਰਮ ac ਮਾਈਨਸ bc ਬਣਾਈ ਤੇ ਆ ਮਾਈਨਸ ਨੇ ਉਸ ਮਾਈਨਸ ਨੂੰ ਐਡਜਸਟ ਕੀਤਾ ਵਾ। यस सर। ਠੀਕ ਹੈ ਨਾ, ਇਧਰੋਂ ਆ ਮਾਈਨਸ ਕਰਕੇ ਇੱਥੇ ਮਾਈਨਸ ਮਾਈਨਸ ਪਲੱਸ ਗਿਆ ਵਾ, ਅਦਰਵਾਈਜ਼ ਇਹ ਆਪਣੀ ਟਰਮ ਮਾਈਨਸ ਦੇ ਵਿੱਚ ay ਇਕੁਅਲ ਟੂ ਮਾਈਨਸ g ਤੋਂ ਹੀ ਲਿੱਤੀ ਹੋਈ ਆਪਾਂ, ਇਹੀ यस ਕਹਿ सर। हाँ जी सर। ਚਲੋ ਕਲੀਅਰ ਇਹਨਾਂ ਤੇ ਕਰੀਏ ਨੈਕਸਟ। yes sir Yes. Yes, sir. ਚਲੋ ਜੀ ਹੁਣ ਜਿਹੜਾ ਨੈਕਸਟ ਕਰਾ ਰਹੇ ਆ ਠੀਕ ਹੈ ਆਪਾਂ ਐਸ ਚ 14 ਨਹੀਂ ਪਹਿਲਾਂ ਕਰ ਰਹੇ, 14 15 ਨਹੀਂ ਕਰਾਂਗੇ, ਉਹਨੇ ਟਾਈਮ ਲੈ ਜਾਣਾ। ਮੈਂ 16 17 ਦੇ ਹਿੰਟ ਦੇਣ ਲੱਗਿਆ ਠੀਕ ਹੈ, ਜਲਦੀ ਜਲਦੀ ਉਹਨੂੰ ਕਵਰ ਕਰੂੰਗੇ। 16 ਦੀ ਸਟੇਟਮੈਂਟ ਪੜ੍ਹ ਲਓ ਇੱਕ ਵਾਰੀ ਜਲਦੀ ਜਲਦੀ।
ਹਾਂਜੀ 16th ਹੈਗਾ ਸੀਗਾ ਪੁੱਤ ਸਰਕੂਲਰ ਮੋਸ਼ਨ ਦੇ ਸੌਖੇ ਨੂਮੈਰੀਕਲ ਇਹ ਵਾਲੇ ਉਹਨੇ ਆਪਾਂ ਨੂੰ 16 ਚ ਕਿਹਾ ਬਲੇਡ ਆਫ ਐਨ 에ਅਰਪਲੇਨ ਪ੍ਰੋਪੈਲਰ ਆਰ ਰੋਟੇਟਿੰਗ ਐਟ ਦਾ ਰੇਟ ਆਫ 600 ਰੈਵੋਲੂਸ਼ਨ ਪਰ ਮਿੰਟ ਕੈਲਕੂਲੇਟ ਦਾ ਐਂਗੂਲਰ ਵੈਲੋਸਿਟੀ ਕਿਹੜਾ ਵੇਰੀਏਬਲ ਗਿਵਨ ਹੈ ਤੇ ਕਿਹੜਾ ਫਾਈਂਡ ਆਊਟ ਕਰਨਾ 600 ਰੈਵੋਲੂਸ਼ਨ ਪਰ ਮਿੰਟ ਇਹ ਕਿਹੜਾ ਵੇਰੀਏਬਲ ਬਣ ਗਿਆ फ्रीक्वेंसी थीटा हाँ सर मिनट्स को एंगल में बना देंगे कन्वर्ट कर देंगे तो थीटा आ जाएगा चलो इदा सोच लो अदरवाइज सिंपल जी एक गल दसन लग्या 2 ਤੋਂ 3 टर्म्स ने ਆਪਾਂ ਇੱਕ ਟਰਮ ਪੜੀ ਸੀਗੀ ਐਂਗੂਲਰ ਵੈਲੋਸਿਟੀ ਫਾਰਮੂਲਾ ਸੀਗਾ ਐਂਗੂਲਰ ਡਿਸਪਲੇਸਮੈਂਟ ਬਾਈ ਟਾਈਮ ਇੱਕ ਰਿਲੇਸ਼ਨ ਇਹਦੇ ਵਿੱਚ ਅੱਗੇ ਆਪਾਂ ਕੰਡੀਸ਼ਨ ਇਹ ਲੈ ਲੈਣੇ ਕਿ ਜੇ ਇੱਕ ਬਾਡੀ ਮੇਰੇ ਕੋਲ A ਪੁਆਇੰਟ ਤੋਂ B ਪੁਆਇੰਟ ਤੇ ਸ਼ਿਫਟ ਕਰਦੀ ਆ ਤੇ ਇਹਨੇ ਐਂਗਲ ਕਵਰ ਥੀਟਾ ਕੀਤਾ ਬੇਟਾ ਠੀਕ ਆ ਤੇ ਜੇ ਬਾਡੀ A ਤੋਂ ਚੱਲ ਕੇ ਵਾਪਸ A ਤੇ ਆ ਜੇ ਐਂਗਲ ਕਵਰ ਕਿੰਨਾ ਹੋਇਆ 360 360 डिग्री को ਆਪਾਂ 2 ਪਾਈ ਰੇਡੀਅਨ ਮੰਨ ਲੈਂਦੇ ਯਾਨੀ ਜੇ ਥੀਟਾ ਦੀ ਵੈਲਿਊ 2 ਪਾਈ ਆ ਜੇ ਤੇ ਇੱਕ ਰੈਵੋਲੂਸ਼ਨ ਪੂਰੀ ਕਰਨ ਨੂੰ ਜਿੰਨਾ ਟਾਈਮ ਲੱਗਦਾ ਉਹਨੂੰ ਟਾਈਮ ਪੀਰੀਅਡ ਕਹਿੰਦੇ ਆ yes sir yes sir ਸਮਾਲ ਟੀ ਦੀ ਥਾਂ ਤੇ ਕੈਪੀਟਲ ਟੀ ਆ ਗਿਆ ਤੇ ਟਾਈਮ ਪੀਰੀਅਡ ਦਾ ਰੈਸਿਪਰੋਕਲ ਫ੍ਰੀਕੁਐਂਸੀ ਹੁੰਦੀ ਆ yes ਇਹਦਾ ਮਤਲਬ ਜੇ ਮੈਂ ਇਹਨੂੰ ਇਦਾਂ ਪੜਾਂ ਆ 2 ਪਾਈ 1/t ਆ ਤੇ 1/t ਰੈਸਿਪਰੋਕਲ ਆਫ ਟਾਈਮ ਪੀਰੀਅਡ ਇਹ ਫ੍ਰੀਕੁਐਂਸੀ ਬਣ ਜੂ yes yes ਫਿਰ ਆਪਣਾ ਦੂਜਾ ਫਾਰਮੂਲਾ 2 ਪਾਈ ਨਿਊ ਆ ਤੇ ਬੱਚੇ ਫ੍ਰੀਕੁਐਂਸੀ ਨੂੰ ਜਦੋਂ ਅਸੀਂ ਮੇਜ਼ਰ ਕਰਦੇ ਆ ਤੇ ਇਹਨੂੰ ਅਸੀਂ ਰੈਵੋਲੂਸ਼ਨ ਪਰ ਸੈਕਿੰਡ ਰੈਵੋਲੂਸ਼ਨ ਪਰ ਮਿੰਟ ਸਾਈਕਲ ਪਰ ਸੈਕਿੰਡ ਹਰਟਜ਼ ਇਹਨਾਂ ਚੋਂ ਕੋਈ ਵੀ ਯੂਨਿਟ ਅਸੀਂ ਜਿਹੜਾ ਐਸਐਚ ਫ੍ਰੀਕੁਐਂਸੀ ਵਾਸਤੇ ਲਿਖ ਲਈਦਾ ਵਾ ਠੀਕ ਹੈ ਤੁਹਾਡੇ ਇਸ ਨੂਮੈਰੀਕਲ ਦੇ ਅੰਦਰ ਉਹਨੇ ਫ੍ਰੀਕੁਐਂਸੀ ਦਿੱਤੀ ਸੀਗੀ ਇਸ 17 ਨੂਮੈਰੀਕਲ ਦੇ ਅੰਦਰ 16 ਸੀਗਾ ਨਾ 16 ਦੇ ਅੰਦਰ ਉਹਨੇ ਫ੍ਰੀਕੁਐਂਸੀ ਦਿੱਤੀ ਸੀ 600 ਰੈਵੋਲੂਸ਼ਨ ਪਰ ਮਿੰਟ ਤੇ ਤੁਸੀਂ ਮਿੰਟ ਦੇ ਸੈਕਿੰਡ ਬਣਾ ਲਓ ਕਿਉਂਕਿ ਐਸਐਚ ਐਸਆਈ ਯੂਨਿਟ ਜਿਹੜਾ ਉਹ ਹਰਟਜ਼ ਵਾ ਜਿਹਨੂੰ ਰੈਵੋਲੂਸ਼ਨ ਪਰ ਸੈਕਿੰਡ ਪੜ੍ਹਦੇ ਆ ਸੋ ਇੱਥੇ ਸਿਰਫ ਇਹ ਕਰਨਾ ਸੀ ਰੈਵੋਲੂਸ਼ਨ ਪਰ ਹੋਣ ਕਰਕੇ ਮਿੰਟ ਨੀਚੇ ਆ ਤੇ ਮਿੰਟ ਦੇ ਸੈਕਿੰਡ ਬਣਾਵਾ ਤੇ 60 ਸੈਕਿੰਡ ਆ ਜਾਊਗੇ ਇਹ ਮਤਲਬ ਆਪਣੇ ਕੋਲ ਇਹਨੂੰ ਐਡਜਸਟ ਕਰ ਲਓ ਤੇ ਆਪਣੇ ਕੋਲ ਵੈਲਿਊ 10 rps ਆ ਜੂ yes sir ਉਹਨੇ ਐਂਗੂਲਰ ਵੈਲੋਸਿਟੀ ਪੁੱਛੀ ਆ ਬੇਟਾ ਤੇ ਐਂਗੂਲਰ ਵੈਲੋਸਿਟੀ ਦਾ ਫਾਰਮੂਲਾ ਆਪਣਾ ਕੀ ਬਣ ਗਿਆ ਜੀ 2 ਪਾਈ ਟਾਈਮਸ ਦਾ ਨਿਊ ਠੀਕ ਆ 2 ਪਾਈ into 10 ਜੇ ਨੂੰ ਮੈਂ ਸੋਲਵ ਕਰ ਲਾਂ ਤੇ 2 ਪਾਈ into 10 ਇਹਨੂੰ ਬੇਸ਼ੱਕ ਪਾਈ ਦੀ ਫਾਰਮ 'ਚ ਛੱਡ ਸਕਦੇ ਹੋ ਆਪਣੇ ਕੋਲ ਆਨਸਰ ਆ ਗਿਆ 20 ਪਾਈ ਰੇਡੀਅਨ ਪਰ ਸੈਕਿੰਡ ਓਮੇਗਾ ਦਾ ਯੂਨਿਟ ਰੇਡੀਅਨ ਪਰ ਸੈਕਿੰਡ ਬਣਨਾ ਵਾ ਕਲੀਅਰ ਆ yes sir yes sir ਸੇਮ ਇਹਦੇ ਨਾਲ ਦੇ ਹੀ ਅਗਲੇ ਦੋਨੇ ਕੁਐਸਚਨ ਵੀ ਸੀਗੇ ਤੁਹਾਡੇ ਇਨਸੈਕਟ ਟ੍ਰੈਪਡ ਇਨ ਅ ਸਰਕੂਲਰ ਗਰੂਪ ਵਾਲਾ ਹੁਣ ਇੱਕ ਵਾਰੀ ਟਰਾਈ ਕਰਿਓ 18 19 ਦੋਨੋਂ ਸੌਰੀ 17 ਤੇ 18 ਠੀਕ ਹੈ ਜੀ yes sir ਚਲੋ ਓਕੇ ਜੀ ਇਤੋਂ ਗੱਲ ਨੂੰ सर थोड़ा नोट करना ਲਓ ਜੀ ਜ਼ਰੂਰ ਕਰੋ ਇਹਨਾਂ ਕਲੀਅਰ ਹੈ ਬੇਟਾ ਸਾਰਿਆਂ ਨੂੰ yes yes sir yes sir yes sir ਚਲੋ ਓਕੇ ਬੱਚੇ